ਸਫਰ ਟੀਵੀ ਦੇ ਨਾਲ ਜੁੜ ਚੁੱਕੇ तमाम ਦਰਸ਼ਕਾਂ ਦਾ ਮੈਂ ਭੁਪਿੰਦਰ ਸਿੰਘ ਖਮਾਣੋ ਟੋਰਾਂਟੋ ਦੇ ਸਟੂਡੀਓ ਤੋਂ ਸਵਾਗਤ ਕਰਦਾ ਹਾਂ। ਜੀ ਆਇਆਂ ਆਖਦਾ। ਸੋ ਜਿੱਥੇ ਸਫਰ ਟੀਵੀ ਦੇ ਉੱਤੇ ਵੱਖ-ਵੱਖ ਪ੍ਰੋਗਰਾਮ ਸਵੇਰੇ ਔਰ ਸ਼ਾਮ ਪੇਸ਼ ਕੀਤੇ ਜਾਂਦੇ ਨੇ। ਪੰਜਾਬ ਪੁਆਇੰਟ ਦੇ ਨਾਲ ਸਵੇਰੇ ਤੁਸੀਂ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋ ਔਰ ਜਿਹੜਾ ਸ਼ਾਮ ਦੇ ਪ੍ਰੋਗਰਾਮ ਹਫਤੇ ਦੇ 5 ਦਿਨ ਜਿਹੜੇ ਆ ਜੀ ਉਹ ਪੇਸ਼ ਕੀਤੇ ਜਾਂਦੇ ਨੇ। ਹੁਣ ਇਸੇ ਲੜੀ ਦੇ ਵਿੱਚ ਮੈਂ ਭੁਪਿੰਦਰ ਸਿੰਘ ਖਮਾਣੋ ਸ਼ੋਅ ਲੈ ਕੇ ਹਾਜ਼ਰ ਹੋਇਆ ਕਰਾਂਗਾ ਜੀ। ਸੋ ਅੱਜ ਸਾਡਾ ਪਹਿਲਾ ਪ੍ਰੋਗਰਾਮ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਾਂ ਜੀ। ਸੋ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ। ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਰੂਬਰੂ ਹੋਇਆ ਕਰਾਂਗੇ ਔਰ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਿਆ ਕਰਾਂਗੇ। ਸੋ ਅੱਜ ਜੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਸ ਸਮੇਂ ਦੇ ਵਿੱਚ ਜਿਹੜਾ ਖਾਸ ਮੁੱਦਾ ਉਹ ਕਿਸਾਨੀ ਦੇ ਨਾਲ ਸੰਬੰਧਿਤ ਜਿਹੜਾ ਉਹ ਛਾਇਆ ਹੋਇਆ। ਸੋ ਇਸੇ ਸੰਦਰਭ ਦੇ ਵਿੱਚ ਸਾਡੇ ਇਸ ਪਹਿਲੇ ਐਪੀਸੋਡ ਦੇ ਵਿੱਚ ਭੁਪਿੰਦਰ ਸਿੰਘ ਖਮਾਣੋ ਸ਼ੋਅ ਦੇ ਵਿੱਚ ਸਾਡੇ ਨਾਲ ਇੱਥੋਂ ਟੋਰਾਂਟੋ ਦੀ ਖਾਸ ਸ਼ਖਸੀਅਤ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈਗੇ ਜਿਹੜੇ ਉਹ ਸੋ ਸੋਸ਼ਲ ਐਕਟਿਵਿਸਟ ਦੇ ਤੌਰ ਦੇ ਉੱਤੇ ਵੀ ਜਿਹੜੇ ਵਿਚਰਦੇ ਨੇ ਔਰ ਜਰਨਲਿਸਟ ਵੀ ਨੇ ਔਰ ਜਿਨ੍ਹਾਂ ਦੇ ਕੋਲ ਡਾਕਟਰੇਟ ਦੀ ਉਪਾਧੀ ਹਾਸਲ ਹੈ ਜੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬਤੌਰ ਪ੍ਰੋਫੈਸਰ ਬਹੁਤ ਸਾਲ ਜਿਹੜੀਆਂ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੇ। ਸੋ ਜਲਦ ਜਿਹੜਾ ਰੂਬਰੂ ਕਰਨ ਜਾ ਰਹੇ ਹਾਂ ਜੀ ਡਾਕਟਰ ਬਲਜਿੰਦਰ ਸਿੱਖ ਹੋਰਾਂ ਦੇ ਨਾਲ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ ਆਪਾਂ ਨੂੰ ਪਤਾ ਹੀ ਹੈ ਕਿਸਾਨੀ ਮੁੱਦਿਆਂ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਆਪਾਂ ਕਰਨ ਜਾ ਰਹੇ ਹਾਂ ਔਰ ਤੁਹਾਡਾ ਜਿਹੜਾ ਜੀ ਲਿੰਕ ਵੀ ਇਸੇ ਚੀਜ਼ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਤੁਸੀਂ ਜੁੜੇ ਰਹੇ ਹੋ ਔਰ ਪੜ੍ਹਾਇਆ ਤੁਸੀਂ ਖੇਤੀਬਾੜੀ ਦਾ ਜਿਹੜਾ ਵਿਸ਼ੇ ਹੈ ਉਹਨਾਂ ਨੂੰ ਜਿਹੜਾ ਜੀ ਤੁਸੀਂ ਪੜ੍ਹਾਇਆ। ਸੋ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਇਹਨਾਂ ਮੁੱਦਿਆਂ ਦੇ ਉੱਤੇ। ਤਕਰੀਬਨ 6 ਮਹੀਨੇ ਹੋ ਗਏ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਹੈ ਕਿਸਾਨੀ ਮੁੱਦਿਆਂ ਦੇ ਉੱਤੇ। ਸੋ ਵੱਖ-ਵੱਖ ਪੜਾਵਾਂ ਦੇ ਵਿੱਚੋਂ ਜਿਹੜੇ ਆ ਜੀ ਲੰਘਣਾ ਪਿਆ ਕਿਸਾਨਾਂ ਨੂੰ। ਸੋ ਜਿਹੜੀ ਹੁਣ ਮੌਜੂਦਾ ਜੇ ਭਾਰਤੀ ਸਰਕਾਰ ਦੀ ਗੱਲਬਾਤ ਕਰੀਏ ਸੋ ਦਰਕਿਨਾਰ ਕਿਸੇ ਗੱਲ ਨੂੰ ਨਹੀਂ ਲਾ ਰਹੇ ਹੈਗੇ। ਸੋ ਸ਼ੁਰੂਆਤ ਕਰਦੇ ਹਾਂ। ਭੁਪਿੰਦਰ ਦੇਖੋ, ਜੇ ਤਾਂ ਇਹ ਮਸਲੇ ਦੀ ਜੜ ਤੱਕ ਜਾਣਾ ਹੈ ਤਾਂ ਕੋਈ ਅੱਜ ਦੀ ਗੱਲ ਨਹੀਂ ਹੈ। ਇਹ ਬਹੁਤ ਪੁਰਾਣੀ ਗੱਲ ਹੈ, ਬਹੁਤ ਲੰਬੀ ਗੱਲ ਹੈ। ਆਪਾਂ ਸੰਖੇਪ ਕਰਾਂਗੇ ਉਹਦਾ। ਸੰਖੇਪ ਇਹ ਕਰਾਂਗੇ ਕਿ ਜਿਹੜਾ ਇਹ ਸਿਸਟਮ ਚੱਲ ਰਿਹਾ ਹੈ ਜਿਹਨੂੰ ਅਸੀਂ ਸਰਮਾਏਦਾਰੀ ਸਿਸਟਮ ਕਹਿੰਦੇ ਹਾਂ, ਜਿਹਦੇ ਵਿੱਚ ਇਹ ਮੰਡੀਆਂ ਭਾਲਦੇ ਨੇ, ਉਹਨਾਂ ਮੰਡੀਆਂ ਪਿੱਛੇ ਦੋ ਐਡੀਆਂ ਵੱਡੀਆਂ ਜੰਗਾਂ ਹੋਈਆਂ, ਕਰੋੜਾਂ ਲੋਕਾਂ ਦੀ ਜਾਨ ਗਈ। ਉਹਨਾਂ ਮੰਡੀਆਂ ਦੇ ਸਿਸਟਮ ਦੇ ਵਿੱਚ ਅੱਜ ਕੱਲ੍ਹ ਜਿਹੜਾ ਸਿਸਟਮ ਚੱਲ ਰਿਹਾ ਉਹ ਹੈਗਾ ਕਿ ਗੱਲਬਾਤ ਕਰ ਲਓ, ਬੈਠ ਜਾਓ, ਲੜਾਈ ਨਾ ਕਰੋ। ਤਾਂ ਉਹ ਲੜਾਈ ਨਾ ਕਰਨ ਦੇ ਸਿਲਸਿਲੇ ਦੇ ਵਿੱਚ ਵੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋਣ ਦੇ ਵਿੱਚ ਆਈ, ਗੈਰ ਸਮਝੌਤਾ ਹੋਣ ਦੇ ਵਿੱਚ ਆਇਆ। ਉਹਨਾਂ ਸਮਝੌਤਿਆਂ ਦੇ ਵਿੱਚ ਭੁਪਿੰਦਰ ਭਾਰਤ ਨੇ ਬ੍ਰਾਜ਼ੀਲ ਨਾਲ ਤੇ ਚੀਨ ਨਾਲ ਲੜ ਕੇ ਬਹੁਤ ਦੇਰ ਤੱਕ ਖੇਤੀਬਾੜੀ ਨੂੰ ਪਾਸੇ ਰੱਖਣ ਦਾ ਜ਼ੋਰ ਲਾਇਆ ਜੀ। ਜ਼ੋਰ ਇਹਨਾਂ ਦਾ ਚੱਲਦਾ ਵੀ ਰਿਹਾ, ਪਰ ਜਦੋਂ ਬ੍ਰਾਜ਼ੀਲ ਵੀ ਚਲਾ ਗਿਆ, ਚੀਨ ਵੀ ਚਲਾ ਗਿਆ, ਕੱਲਾ ਭਾਰਤ ਰਹਿ ਗਿਆ ਤਾਂ ਆਖਿਰ ਇਹ ਉਹਦੇ ਤੇ ਦਸਤਖਤ ਕਰੇ। ਜੋ ਕੁਝ ਅੱਜ ਹੋ ਰਿਹਾ ਇਹ ਤਾਂ ਉਸੇ ਦਿਨ ਭਾਰਤ ਦੀ ਸਰਕਾਰ ਨੇ ਮੰਨ ਲਿਆ ਸੀਗਾ। ਕੀ ਮੰਨ ਲਿਆ ਸੀ? ਉਹ ਇਹ ਕਿ ਅਸੀਂ ਸਾਰੀਆਂ ਆਪਣੀਆਂ ਹੱਦਾਂ ਖੋਲ ਦਿਆਂਗੇ। ਜੇ ਹੱਦਾਂ ਖੋਲ ਦਿੰਦੇ ਨੇ ਤਾਂ ਗੱਲ ਕੀ ਬਣਦੀ ਹੈ ਜੀ? ਗੱਲ ਇਹ ਬਣਦੀ ਹੈ ਜਿਹੜੀ ਅੱਜ ਤੋਂ ਮੈਂ 30 ਸਾਲ ਪਹਿਲਾਂ, ਤਕਰੀਬਨ 25-30 ਸਾਲ ਪਹਿਲਾਂ ਭੂੰਦੜ ਸਾਹਿਬ ਖੇਤੀਬਾੜੀ ਯੂਨੀਵਰਸਿਟੀ ਦਾ ਮੇਲਾ ਲੱਗਦਾ ਸੀ ਬਠਿੰਡੇ ਜੀ, ਤੇ ਮੈਂ ਤੁਹਾਡੇ ਵਾਂਗੂ ਸਟੇਜ ਸੰਭਾਲ ਰਿਹਾ ਸੀਗਾ ਜੀ। ਉਦੋਂ ਭੂੰਦੜ ਸਾਹਿਬ ਬੋਲਦੇ ਨੇ, ਕਿਸਾਨ ਵੀਰੋ ਜੀ ਹੁਣ ਆਪਾਂ ਨੂੰ ਸੰਸਾਰ ਦੀ ਮੰਡੀ ਦੇ ਵਿੱਚ ਮੁਕਾਬਲਾ ਕਰਨਾ ਪੈਣਾ ਜੀ। ਮੈਂ ਪਾਸੇ ਬੈਠਾ ਇਸ ਚਿੰਤਾ 'ਚ ਇੱਕਦਮ ਡੁੱਬ ਗਿਆ ਕਿ ਭੂੰਦੜ ਸਾਹਿਬ ਕਹਿੰਦੇ ਆ ਕਿ ਸੰਸਾਰ ਦੀ ਮੰਡੀ ਦੇ ਵਿੱਚ ਮੁਕਾਬਲਾ ਕਰਨਾ ਪੈਣਾ ਹੈ ਜੀ। ਉਹ ਭੂੰਦੜ ਸਾਹਿਬ ਮੇਰੇ ਪਿੰਡ ਦੇ 2 ਕਿੱਲੇ 5 ਕਿੱਲਿਆਂ ਵਾਲੇ ਜੱਟ ਦਾ ਮੁਕਾਬਲਾ ਕੈਨੇਡਾ ਅਮਰੀਕਾ ਦੇ 4000-5000 ਏਕੜ ਵਾਲੇ ਜੱਟ ਨਾਲ ਕਿੱਦਾਂ ਕਰਵਾਓਗੇ? ਜੇ ਕਰਵਾਓਗੇ ਤਾਂ ਮਰੂ ਕੌਣ ਜੀ? ਉਹ ਤਾਂ ਮੇਰੇ ਪਿੰਡ ਦਾ ਉਹੀ ਜੱਟ ਹੀ ਮਰੂ ਨਾ, 2-4 ਕਿੱਲਿਆਂ ਵਾਲਾ 10 ਕਿੱਲਿਆਂ ਵਾਲਾ ਜੀ। ਇਹਨਾਂ ਸੋ ਉਹ ਉਸ ਵੇਲੇ ਦੀਆਂ ਲਿਖਤਾਂ ਚੱਲਦੀਆਂ ਜਿਹੜਾ ਅੱਜ ਵੀ ਸਾਡੇ ਭਾਰਤ ਦੇ ਮੋਦੀ ਸਾਹਿਬ ਕਹਿ ਰਹੇ ਨੇ ਕਿ ਪੁਰਾਣੀਆਂ ਸਰਕਾਰਾਂ ਤੋਂ ਇਹ ਕਾਨੂੰਨ ਲਿਆਂਦੇ ਨਹੀਂ ਗਏ, ਇਹ ਤਾਂ ਬਹੁਤ ਦੇਰ ਦੇ ਚੱਲ ਰਹੇ ਨੇ ਤੇ ਅਸੀਂ ਲਿਆਂਦੇ। ਉਹ ਲਿਆਂਦੇ, ਅਜੀਬ ਗੱਲ ਇਹ ਹੈ ਕਿ ਲਿਆਂਦੇ ਕਿਵੇਂ? ਲਿਆਂਦੇ ਇਹ ਕਹਿ ਕੇ ਕਿ ਕਿਸਾਨ ਇਸ ਦੇ ਨਾਲ ਬੜਾ ਉન્નਤੀ ਕਰੂਗਾ, ਖੁਸ਼ਹਾਲ ਹੋ ਜੂ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਿੱਚ ਇਹ ਸਹਾਈ ਹੋ ਜੀ। ਤੇ ਹੈ ਕੀ ਹੈ? ਜਦੋਂ ਬੰਦਾ ਉਹਦੇ ਵਿੱਚ ਜਾਂਦਾ ਹੈ, ਜਦੋਂ ਉਹਦਾ ਹਾਲ ਚਾਲ ਪੜ੍ਹਦਾ ਹੈ, ਉਹਦੇ 'ਚ ਲੁਕੀਆਂ ਹੋਈਆਂ ਗੱਲਾਂ ਮੁੱਖ ਤੌਰ ਦੇ ਉੱਤੇ ਇਹੀ ਨੇ ਕਿ ਭਾਈ ਕਿਸਾਨ ਵੀਰੋ, ਇਹ ਜਿਹੜੇ ਤੁਸੀਂ 2 ਕਿੱਲਿਆਂ ਵਾਲੇ ਨੂੰ 5 ਕਿੱਲਿਆਂ ਵਾਲੇ ਨੂੰ ਇਹ ਆਪਣੀਆਂ ਜ਼ਮੀਨਾਂ ਨੂੰ ਵੇਚਣ ਲਈ ਤੁਹਾਨੂੰ ਅਸੀਂ ਮਜਬੂਰ ਕਰ ਰਹੇ ਹਾਂ ਜੀ। ਆਪਣੀਆਂ ਜ਼ਮੀਨਾਂ ਵੇਚੋ, ਵੇਚ ਕੇ ਇੱਥੋਂ ਉਜੜੋ ਜੀ। ਉਜੜ ਕੇ
ਵੱਡੇ ਸ਼ਹਿਰਾਂ ਦੇ ਵਿੱਚ ਝੁੱਗੀਆਂ ਝੌਂਪੜੀਆਂ ਦੇ ਵਾਸੀ ਬਣੋ। ਕਿਉਂ ਜੀ? ਕਿਉਂਕਿ ਜਿਹੜਾ ਸੰਸਾਰ ਹੈ, ਜਿਹੜਾ ਸੰਸਾਰ ਦੇ ਉੱਤੇ ਰਾਜ ਕਰ ਰਹੀਆਂ ਧਿਰਾਂ ਨੇ ਜੀ, ਉਹਨਾਂ ਨੂੰ ਤੁਹਾਡੀ ਸਸਤੀ ਲੇਬਰ ਦੀ, ਤੁਹਾਡੀ ਸਸਤੀ ਦਿਹਾੜੀ ਦੀ ਜ਼ਰੂਰਤ ਹੈ। ਤੁਸੀਂ ਉੱਥੇ ਜਾਓਗੇ, ਤੁਹਾਡੇ ਕੋਲ ਕੱਖ ਨਹੀਂ ਹੈ, ਤੁਸੀਂ ਆਪਦੀ ਰੋਜੀ ਰੋਟੀ ਲਈ ਤਰਸਦੇ ਹੋਏ ਕਿਸੇ ਕਾਰਖਾਨੇਦਾਰ ਕੋਲੇ ਜਾ ਕੇ ਕਿਸੇ ਵੀ ਦਿਨ ਦੀ ਦਿਹਾੜੀ ਦੀ ਕੀਮਤ ਦੇ ਉੱਤੇ ਕੰਮ ਕਰਨ ਲਈ ਮਜਬੂਰ ਹੋਵੋਗੇ। ਉਹਦੇ ਵਾਸਤੇ ਸੁੱਖ ਨਾਲ ਜਿਹੜੀਆਂ ਅੱਜ ਕੱਲ੍ਹ ਦੀਆਂ ਸਰਕਾਰਾਂ ਨੇ ਉਹ ਵੀ ਉਧਰਲੇ ਪਾਸੇ ਚੱਲ ਰਹੀਆਂ। ਭਾਰਤੀ ਸਰਕਾਰ ਨੇ ਵੀ ਕੀਤਾ ਕਿ ਜੀ ਮਿਨੀਮਮ ਉਹਦੀ ਕੋਈ ਲੋੜ ਨਹੀਂ ਹੈ, ਵੇਜਸ ਜਿਹੜੀਆਂ ਹੈਗੀਆਂ, ਵੇਜਸ ਉਧਰਲੇ ਪਾਸੇ ਵੀ ਇਹ ਸਾਰਾ ਕਾੜਾ ਚੱਲ ਰਿਹਾ ਹੈ। ਨਾਲ ਇਹ ਵੀ ਚੱਲ ਰਿਹਾ ਹੈ ਕਿ ਜ਼ਰੂਰੀ ਨਹੀਂ ਕਿ ਕਿਸੇ ਬੰਦੇ ਤੋਂ 8 ਘੰਟੇ ਕੰਮ ਕਰਾਇਆ ਜਾਵੇ, ਵੱਧ ਵੀ ਕਰਾ ਸਕਦੇ ਹੋ। ਦੇਖੋ ਕਹਿਣ ਦੀ ਗੱਲ ਡਾਕਟਰ ਸਾਹਿਬ, ਗੱਲ ਕਿੱਥੇ ਘੁੰਮ ਕੇ ਆਈ। ਪਹਿਲਾਂ ਜ਼ਮੀਨਾਂ ਸਾਡੇ ਕੋਲ, ਸਾਡੀਆਂ ਜ਼ਮੀਨਾਂ, ਅਸੀਂ ਉਹਦੇ ਵਿੱਚ ਪੈਦਾਵਾਰ ਕਰਦੇ ਆ, ਉਗਦੀਆਂ ਨੇ ਫਸਲਾਂ, ਉਗਾ ਕੇ ਅਸੀਂ ਵੇਚਦੇ ਆ, ਉਹ ਬਾਜ਼ਾਰ ਦੇ ਵਿੱਚ ਜਾਂਦੀਆਂ ਨੇ। ਉਲਟਾ ਸਿਸਟਮ ਉਹ ਕੀ ਬਣਾਉਣ ਲੱਗੇ, ਜਿੱਦਾਂ ਤੁਸੀਂ ਸਾਰਾ ਹੀ ਦੱਸਤਾ ਵੀ ਚੇਨ ਇਦਾਂ ਚਲਾ ਦੇਣੀ ਹੈ। ਜਿਹੜੇ ਕਾਨੂੰਨ ਇਦਾਂ ਦੇ ਲਿਆ ਦਿੱਤੇ ਗਏ ਤਾਂ ਜੋ ਜਿਹੜੇ ਛੋਟੇ ਕਿਸਾਨ ਨੇ ਉਹ ਜ਼ਮੀਨਾਂ ਵੇਚਣ ਲਈ ਮਜਬੂਰ ਹੋ ਜਾਣ, ਔਰ ਮਜਬੂਰ ਹੋ ਕੇ ਜਿਹੜੀਆਂ ਉਹ ਜਿੱਥੇ ਦਾ ਆਪ ਦੇ ਮਾਲਕੀਅਤ ਸੀਗੀ ਉਹਨਾਂ ਦੇ ਕੋਲ, ਦੁਬਾਰਾ ਕੀ ਆ ਉਹ ਜਾ ਕੇ ਉਹ ਲੇਬਰ ਬਣ ਜਾਣ, ਆਪਣੀ ਜ਼ਮੀਨ ਦੇ ਵਿੱਚ ਕੰਮ ਕਰਨ ਲਈ। ਬਿਲਕੁਲ, ਜਿਹੜੇ ਉਦੋਂ ਥੋੜੇ ਜਿਹੇ ਵੱਡੇ ਆ ਉਹਨਾਂ ਨੂੰ ਹੌਲੀ ਹੌਲੀ ਇਸ ਸਿਸਟਮ 'ਚ ਲਿਆਂਦਾ ਜਾਵੇ। ਕਿਉਂਕਿ ਸਿਸਟਮ ਕੀ ਹੈ ਜੀ? ਸਿਸਟਮ ਇਹ ਕਿ ਮੁਕਾਬਲਾ ਕਰਨਾ ਹੈ। ਮੁਕਾਬਲਾ ਕਿੱਥੇ ਕਰਨਾ ਹੈ? ਵੱਡਿਆਂ ਨਾਲ। ਵੱਡਿਆਂ ਨਾਲ ਫਿਰ ਆਪ ਵੀ ਵੱਡੇ ਹੋਣ। ਆਪ ਵੱਡੇ ਕਿੱਦਾਂ ਬਣ ਸਕਦੇ? ਹੁਣ 10 ਕਿੱਲੇ ਵਾਲਾ ਤਾਂ 4000 ਏਕੜ ਵਾਲਾ ਨਹੀਂ ਬਣ ਸਕਦਾ। ਫਿਰ ਉੱਥੇ ਕੀ ਸਿਲਸਿਲਾ ਹੈ? ਆ ਜੀ ਖੇਤੀ ਆਪਾਂ ਜਿਹੜੀ ਹੈਗੀ ਠੇਕੇ ਤੇ, ਜਿਹੜੀ ਵੱਡੀ ਕੰਪਨੀ ਆਊਗੀ ਜੀ, ਉਹ ਫਿਰ ਤੁਹਾਡੀ ਸਾਰੀ ਜ਼ਮੀਨ ਠੇਕੇ ਤੇ ਲਊਗੀ। ਸਾਰੇ ਪਿੰਡ ਦੀ ਜ਼ਮੀਨ ਦੀ ਉਹ 4 ਬੰਦੇ ਖੇਤੀ ਕਰ ਲਿਆ ਕਰਨਗੇ। ਤੁਸੀਂ ਜੇ ਦਿਹਾੜੀ ਕਰਨੀ ਹੈ ਤਾਂ ਉੱਥੇ ਕਰ ਲਿਆ ਕਰੋ ਜੀ। ਯਾਨੀ ਇਹ ਜਿਹੜਾ ਕੰਟਰੈਕਟ ਵਾਲਾ ਸਿਸਟਮ ਹੈ, ਜਿਹੜਾ ਕਾਨੂੰਨ ਦੇ ਵਿੱਚ ਇਹ ਵੀ ਹੈਗਾ ਜੀ, ਉਹਦਾ ਮਤਲਬ ਇਹ ਹੈਗਾ ਕਿ ਮੋਦੀ ਜੀ ਕਹਿ ਰਹੇ ਨੇ, ਜਿਹੜੇ ਤੋਮਰ ਸਾਹਿਬ ਨੇ ਉਹ ਵੀ ਕਹਿ ਰਹੇ ਨੇ ਕਿ ਖੇਤੀ ਦੀ ਟੈਕਨੋਲੋਜੀ ਦੇ ਵਿੱਚ ਜਿਹੜੇ ਪੈਸੇ ਖਰਚ ਕਰਨੇ ਨੇ ਉਹ ਕਿਸਾਨਾਂ ਕੋਲ ਹੈ ਨਹੀਂ। ਇਹਦਾ ਮਤਲਬ ਵੱਡੀਆਂ ਕੰਪਨੀਆਂ ਕੋਲ ਹੈ ਜੀ। ਤੇ ਵੱਡੀਆਂ ਕੰਪਨੀਆਂ ਦੀ ਮਰਜ਼ੀ ਦੇ ਨਾਲ ਉਹ ਖੇਤੀ ਹੋਣੀ ਹੈ। ਤੇ ਉਹ ਖੇਤੀ ਕਿਵੇਂ ਹੋਣੀ ਹੈ ਕਿ ਲੋਕਾਂ ਤੋਂ ਠੇਕੇ ਤੇ ਲਈ ਜਾ ਰਹੇ ਨੇ। ਮੈਂ ਭੁਪਿੰਦਰ ਬੜੇ ਦੁਨੀਆ ਗਾਹੀ ਕਹ ਲੋ, ਮੈਂ ਚੀਨ 'ਚ ਵੀ ਗਿਆ, ਮੈਂ ਚੈਕੋਸਲੋਵੇਕੀਆ 'ਚ ਵੀ ਗਿਆ। ਚੈਕੋਸਲੋਵੇਕੀਆ ਦੇ ਵਿੱਚ ਪਹਿਲਾਂ ਕਮਿਊਨਿਸਟਾਂ ਦਾ ਰਾਜ ਸੀਗਾ, ਉਦੋਂ ਸਾਂਝੀ ਜ਼ਮੀਨ ਸੀ। ਜਦੋਂ ਉਤੋਂ ਕਮਿਊਨਿਸਟਾਂ ਦਾ ਰਾਜ ਗਿਆ ਜੀ ਤਾਂ ਉਹਨਾਂ ਨੇ ਕੀ ਕਰਿਆ ਵੀ ਜਿਹੜੇ ਚੀਨ ਵਾਲਿਆਂ ਨੇ ਤਾਂ ਸਾਰਿਆਂ ਨੂੰ, ਪਿੰਡ ਵਾਲਿਆਂ ਨੂੰ ਕਹਿਤਾ ਵੀ ਭਾਈ ਤੁਸੀਂ ਜਿਵੇਂ ਮਰਜ਼ੀ ਬਣੋ ਜੀ। ਤੇ ਚੈਕੋਸਲੋਵਾਕੀਆ ਨੇ ਕਰਿਆ ਵੀ ਪੁਰਾਣੇ ਬੰਦੇ ਲੱਭੇ ਕਾਗਜ਼ਾਂ 'ਚ ਤੇ ਉਹਨਾਂ ਨੂੰ ਕਹਿਤਾ ਵੀ ਭਾਈ ਤੁਹਾਡੀ ਜ਼ਮੀਨ ਆ ਸੰਭੋ ਜੀ। ਹੁਣ ਤੁਸੀਂ ਦੇਖ ਵੀ ਜਿਵੇਂ ਤੂੰ ਪਿੰਡੋਂ ਆਇਆ ਤੇ ਤੇਰੀ ਪਿੰਡ ਜ਼ਮੀਨ ਪਈ ਹੈ ਤੇ ਅੱਜ ਤੋਂ 20 ਸਾਲਾਂ ਨੂੰ ਤੂੰ ਉਹਦਾ ਖਹਿੜਾ ਛੱਡਤਾ। 20 ਸਾਲਾਂ ਨੂੰ ਕੋਈ ਆ ਕੇ ਕਹੇ ਭਾਈ ਦੀ ਜ਼ਮੀਨ ਪਈ ਹੈ, ਕੀ ਕਰੇਗਾ ਤੂੰ ਜੀ? ਤੂੰ ਕਹੇ ਅੱਛਾ ਮੇਰੇ ਨਾਲ ਹੋ ਗਈ, ਫਿਰ ਭਾਈ ਕਿਵੇਂ ਕਰਾਂਗੇ? ਪਿੰਡ ਤਾਂ ਸੁੱਖ ਨਾਲ ਕਦੇ ਗਏ ਹੀ ਨਹੀਂ। ਉਹ ਦੁਬਾਰਾ ਉੱਥੇ ਗਏ ਨਾ ਗਏ ਤੇ ਉਹ ਅਖੀਰ 'ਚ ਮੈਂ ਕਿਹਾ ਵੀ ਕਿਵੇਂ ਹੁਣ ਸਿਸਟਮ ਚੱਲਦਾ ਜੀ? ਕਹਿੰਦੇ ਜੀ ਪਿੰਡਾਂ ਦੇ ਪਿੰਡ ਵੱਡੀਆਂ ਕੰਪਨੀਆਂ ਨੇ ਠੇਕੇ ਤੇ ਲਏ ਹੋਏ ਨੇ ਜੀ। ਤੇ ਮੈਂ ਕਿਹਾ ਜੇ ਕੋਈ ਨਾ ਦੇਵੇ, ਕਹਿੰਦੇ ਜੀ ਉਹ ਖੇਤੀ ਕਰ ਹੀ ਨਹੀਂ ਸਕਦਾ ਕਿਉਂਕਿ ਉਹਦਾ ਟੁਕੜਾ ਛੱਡ ਦੇਣਗੇ ਉਹ ਜੀ। ਜਿਵੇਂ ਕਹਿੰਦੇ ਪਿੰਡਾਂ ਵਾਲੇ ਕਹਿੰਦੇ ਨਾ ਉਹਨੂੰ ਰਾਹ ਨਾ ਉਹਨੂੰ, ਯਾਨੀ ਕਿ ਕੋਈ ਉਹਦੇ 'ਚ ਕੋਈ ਆਪਣਾ ਕੋਈ ਵਹੀਕਲ ਵੀ ਲਗਾਉਣਾ ਉਹ ਲੰਘ ਨਹੀਂ ਸਕਦਾ। ਜੇ ਲੰਘ ਵੀ ਜਾਊਗਾ ਉਹ ਛੋਟੇ ਲੈਵਲ ਦੇ ਉੱਤੇ ਖੇਤੀ ਕਰੂਗਾ, ਉਹਨੂੰ ਸਾਰੇ ਸੰਦ ਪੰਦਾ ਸਭ ਕੁਝ ਚਾਹੀਦਾ ਜੀ, ਉਹਦਾ ਵਾਰਾ ਹੀ ਨਹੀਂ ਖਾਣਾ। ਮਜਬੂਰੀ ਦੇ ਵਿੱਚ ਚੈਕੋਸਲੋਵਾਕੀਆ ਦੇ ਸਾਰੇ ਤਕਰੀਬਨ ਕਿਸਾਨ ਨੇ ਜਿਹੜੇ ਉਹਨਾਂ ਨੇ ਆਪਦੀ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ। ਇਹੀ ਇਹਨਾਂ ਕਾਨੂੰਨਾਂ ਦਾ ਮਕਸਦ। ਸੋ ਕਹਿਣ ਦਾ ਮਤਲਬ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਰਮਾਏਦਾਰੀ ਸਿਸਟਮ ਹੈ ਉਹ ਸੇਮ ਦਾ ਸੇਮ ਹੀ ਹੈ। ਬਿਲਕੁਲ, ਉਹਦੇ ਵਿੱਚ ਵੱਡੀ ਗੱਲ ਇਹ ਹੈ ਭੁਪਿੰਦਰ ਕਿ ਹੱਦਾਂ ਖੋਲ ਦਿਓ। ਹੱਦਾਂ ਖੋਲ ਦਾ ਮਤਲਬ ਕੀ ਹੈ? ਜਿਹੜਾ ਮਰਜ਼ੀ ਵਪਾਰ ਕਰੇ, ਜਿਹੜਾ ਮਰਜ਼ੀ ਸਮਾਨ ਜਿੱਧਰੋਂ ਮਰਜ਼ੀ ਲੈ ਕੇ ਜਾਵੇ ਜੀ। ਜਿਹੜਾ ਜੇ ਇਹ ਸ਼ਬਦ ਅਸੀਂ ਵਰਤ ਲੈਂਦੇ ਹਾਂ, ਜਿਹੜਾ ਮਰਜ਼ੀ ਲੈ ਕੇ ਜਾਵੇ, ਹੁਣ ਜਿਹੜਾ ਇਹਨਾਂ ਕਾਨੂੰਨਾਂ ਦੇ ਵਿੱਚ ਵੀ ਹੈਗਾ ਤੇ ਕਹਿੰਦੇ ਜੀ ਖੁੱਲੀ ਮੰਡੀ ਦੇ ਵਿੱਚ ਖਰੀਦੂਗਾ। ਹੁਣ ਜੇ ਖੁੱਲੀ ਮੰਡੀ ਦੇ ਵਿੱਚ ਆਸਟ੍ਰੇਲੀਆ ਮਦਰਾਸ ਦੇ ਵਿੱਚ ਜਾਂ ਜਿਹੜੀ ਚੇਨਈ ਦੇ ਵਿੱਚ 19 ਰੁਪਏ ਨੂੰ ਸਿੱਟਣ ਨੂੰ ਤਿਆਰ ਹੈ ਤੇ ਉਹ 19 ਰੁਪਏ ਦੇ ਵਿੱਚ ਪੰਜਾਬ ਤੋਂ ਖਰੀਦ ਕੇ ਕਿਉਂ ਲੈ ਕੇ ਜਾਊਗਾ? ਕਿਉਂ ਲੈ ਕੇ ਜਾਣਗੇ? ਉਹ 19 ਕੀ ਉਹਦਾ 7-8 ਨੂੰ ਤਿਆਰ ਨੇ ਕਿਉਂਕਿ ਉਹਨਾਂ ਦੇ 4-4000 5-5000 ਏਕੜ ਦੇ ਉਹਨਾਂ ਦੇ ਕਿਸਾਨ ਨੇ। ਉਹਨਾਂ ਨੇ ਤਾਂ ਉੱਥੋਂ ਕਮਾਈਨਾਂ ਨਾਲ ਵੱਢ ਕੇ ਵੱਡੀਆਂ ਮਸ਼ੀਨਾਂ ਨਾਲ ਲਿਆ ਕੇ ਸਿੱਧਾ ਸਮੁੰਦਰੀ ਜਹਾਜ਼ ਭਰ ਕੇ ਤੇ ਲਿਆ ਕੇ ਤੇ ਖੜਾ ਕਰ ਦੇਣਾ। ਸੋ ਦਰਸ਼ਕੋ, ਇਹ ਸੀਗਾ ਥੋੜਾ ਜਿਹਾ ਭੂਮਿਕਾ ਬੰਨਣ ਦਾ, ਕਿਉਂਕਿ ਸੌਖੇ ਤਰੀਕੇ ਦੇ ਨਾਲ, ਸਰਲ ਢੰਗ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਸ਼ੁਰੂਆਤ ਕੀਤੀ ਆ, ਮੰਡੀਕਰਨ ਕੀ ਆ, ਕਿਉਂ ਇਹ ਬਿੱਲ ਲਿਆਂਦੇ ਗਏ, ਇਹਨਾਂ ਦਾ ਫਾਇਦਾ ਕਿਹਨਾਂ ਨੂੰ ਹੋਣ ਜਾ ਰਿਹਾ। ਸੋ ਡਾਕਟਰ ਸਾਹਿਬ ਹੁਣ ਆਪਾਂ ਮੇਨ ਮੁੱਦੇ ਦੇ ਉੱਤੇ ਆਉਨੇ ਆ। ਜ਼ਿਆਦਾ ਜਿਹੜੀ ਮਾਰ ਭਾਰਤ ਦੇ ਵਿੱਚ ਜਿਹੜੇ ਇਹ ਖੇਤੀ ਬਿੱਲ ਲਿਆਂਦੇ ਗਏ ਨੇ, ਇਹਨਾਂ ਨੂੰ ਕਾਲੇ ਕਾਨੂੰਨ ਕਿਹਾ ਜਾ ਰਿਹਾ ਹੈਗਾ। ਸੋ ਇਹਨਾਂ ਦੀ ਥੋੜਾ ਜਿਹਾ ਦੱਸ ਦਈਏ, ਜ਼ਿਆਦਾ ਮਾਰ ਕਹਿੰਦੇ ਪੰਜਾਬ ਦੇ ਵਿੱਚ ਪੈਣੀ।
ਦੇਖੋ ਪੰਜਾਬ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੇ 7 ਚੀਜ਼ਾਂ ਵਿਕਦੀਆਂ ਨੇ। ਕਣਕ ਝੋਨਾ ਵਿਕਦਾ ਹੈ ਜੀ। ਪੰਜਾਬ ਦੇ ਵਿੱਚ ਸਰਕਾਰੀ ਮੰਡੀਆਂ ਨੇ, ਮੰਡੀ ਦੇ ਵਿੱਚ ਜੱਟ ਲਿਆ ਕੇ ਸਿੱਟ ਦਿੰਦਾ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉੱਥੇ ਪਈ ਜਿਣਸ ਨੂੰ ਉਹ ਚੱਕੇ ਜੀ। ਇਹ ਮਾਰ ਉੱਥੇ ਇਸ ਕਰਕੇ ਪਈ ਹੈ ਕਿ ਜਿਹੜਾ ਸਿਸਟਮ ਇਹ ਚਲਾ ਰਹੇ ਨੇ ਜੀ ਉਹਦੇ ਵਿੱਚ ਕਿਹਾ ਨਹੀਂ ਜਾ ਰਿਹਾ, ਪਰ ਮੰਡੀ ਦੇ ਬਰਾਬਰ ਮੰਡੀ ਲਿਆ ਕੇ ਰੱਖ ਰਹੇ ਨੇ ਜੀ। ਉਹ ਮੰਡੀ ਦੇ ਬਰਾਬਰ ਵਾਲੀ ਮੰਡੀ ਨੇ, ਇਹ ਤਾਂ ਭਰਾਵਾਂ ਨੂੰ ਨਹੀਂ ਭੁਪਿੰਦਰ ਛੱਡਦੇ। ਜੀ ਜੀ ਜੀ। ਇਹ ਅਨਿਲ ਤੇ ਮੁਕੇਸ਼ ਬਾਨੀ ਨੇ ਜਿਹੜੇ ਜੀ। ਉਹ ਅਨਿਲ ਜਿਹੜਾ ਸੀਗਾ ਉਹਦੀ ਕੰਪਨੀ ਸੀ ਵੋਡਾਫੋਨ ਜੀ, ਤੇ ਇਹਨੇ ਲਿਆਂਦੀ ਜੀਓ ਜੀ। ਤੇ ਜੀਓ ਲਿਆ ਕੇ ਕਹਿੰਦਾ ਜੀ ਸਭ ਮੁਫਤ ਹੈ, ਜਿੰਨਾ ਮਰਜ਼ੀ ਵਰਤੋ। ਜਾਣੀ ਜਿੰਨਾ ਚਿਰ ਵੋਡਾਫੋਨ ਜਮਾ ਜ਼ੀਰੋ ਨਹੀਂ ਹੋਇਆ ਉਹਨਾਂ ਚਿਰ ਕਿਸੇ ਤੋਂ ਆਨਾ ਨਹੀਂ ਲਿਆ, ਤੇ ਜਦੋਂ ਜ਼ੀਰੋ ਹੋ ਗਿਆ ਕਹਿਣ ਦਾ ਮਤਲਬ ਜੋ ਉਹ ਆਪਣੇ ਸਕੇ ਭਰਾ ਦਾ ਸਕਾ ਨਹੀਂ ਹੋ ਸਕਿਆ ਤੇ ਸਾਡਾ ਕਿੱਥੋਂ ਹੋ ਜਾਊਗਾ। ਸੋ ਦਰਸ਼ਕੋ, ਗੱਲਬਾਤ ਚੱਲ ਰਹੀ ਹੈ ਕਿਸਾਨੀ ਮੁੱਦਿਆਂ ਦੇ ਉੱਤੇ। ਤੁਸੀਂ ਦੇਖ ਰਹੇ ਹੋ ਭੁਪਿੰਦਰ ਸਿੰਘ ਖਮਾਣੋ ਸ਼ੋ। ਸੋ ਸਾਡੇ ਨਾਲ ਅੱਜ ਹਾਜ਼ਰ ਨੇ ਡਾਕਟਰ ਬਲਜਿੰਦਰ ਸੇਖੋ ਹੋਰੀ। ਸੋ ਸਟੂਡੀਓ 'ਚ ਤੁਸੀਂ ਇਸ ਮੁੱਦੇ ਦੇ ਉੱਤੇ ਸ਼ਾਮਲ ਹੋਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905 866 8100 ਨੰਬਰ ਹੈ ਜੀ ਸਟੂਡੀਓ ਦਾ। ਤੁਹਾਡੀਆਂ ਲਾਈਵ ਕਾਲਸ ਇਸ ਮੁੱਦੇ ਦੇ ਉੱਤੇ ਆ ਸਕਦੀਆਂ ਨੇ। 905 866 8100 ਜਿਹੜਾ ਸਟੂਡੀਓ ਦਾ ਫੋਨ ਨੰਬਰ ਹੈ। ਸੋ ਡਾਕਟਰ ਸਾਹਿਬ, ਜਿਹੜੀ ਗੱਲਬਾਤ ਅੱਗੇ ਤੋਰਨ ਜਾ ਰਹੇ ਆ, ਜਿਹੜੀਆਂ ਹੁਣ ਦਿੱਲੀ ਦੇ ਵਿੱਚ ਜਿਹੜਾ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ, ਉਹਦੀ ਗੱਲਬਾਤ ਆਪਾਂ ਅੱਗੇ ਤੋਰਦੇ ਹਾਂ। ਹਾਂ ਭੁਪਿੰਦਰ, ਉਹਦੇ ਵਿੱਚ ਜਿਹੜੀ ਆਪਾਂ ਗੱਲ ਜਿੱਥੇ ਛੱਡੀ ਸੀ ਜੀ, ਵੀ ਉਹਦੇ ਵਿੱਚ ਵੀ ਸਿਸਟਮ ਇਹ ਹੈ ਕਿ ਸਰਕਾਰ ਕਹਿੰਦੀ ਹੈ ਅਸੀਂ ਕੁਝ ਨਹੀਂ ਕਰਨਾ, ਤੁਹਾਡੀ ਮੰਡੀ ਰਹੂਗੀ। ਅਸੀਂ ਤਾਂ ਇਹ ਕਹਾਂਗਾ ਕਿ ਜੇ ਕੋਈ ਪ੍ਰਾਈਵੇਟ ਬੰਦਾ ਕਿਸੇ ਹੋਰ ਥਾਂ ਤੋਂ ਜਾਣੀ ਕਿਸਾਨ ਤੋਂ ਸਿੱਧੀ ਫਸਲ ਖਰੀਦਣਾ ਚਾਹੁੰਦਾ, ਉਹਨੂੰ ਖਰੀਦਣ ਦੀ ਇਜਾਜ਼ਤ ਹੈ। ਪਹਿਲਾਂ ਤਾਂ ਸੁੱਖ ਨਾਲ ਸਭ ਕੁਝ ਹੀ ਉਹਨਾਂ ਨੂੰ ਦੇਤਾ ਸੀ ਨਾ ਜੀ, ਉਹ ਜਿੱਥੋਂ ਮਰਜ਼ੀ ਖਰੀਦੇ, ਜਿਵੇਂ ਮਰਜ਼ੀ ਖਰੀਦੇ, ਉਹਦੀ ਕੋਈ ਮਾਰਕੀਟ ਫੀਸ ਵੀ ਨਹੀਂ ਕੋਈ। ਹੁਣ ਕਹਿੰਦੇ ਜੀ ਤੁਸੀਂ ਕਹਿੰਦੇ ਮਾਰਕੀਟ ਫੀਸ ਹੈ, ਚਲ ਮਾਰਕੀਟ ਫੀਸ ਲਾ ਦਿੰਦੇ ਆ ਜੀ। ਜਿਹੜੇ 6% ਤਾਂ ਉਹ ਛੱਡਤਾ ਜੀ ਸਭ ਕੁਝ ਜੀ ਜੀ, ਚਲੋ 6% ਮਾਰਕੀਟ ਫੀਸ ਵੀ ਲਾਤੀ। ਹੁਣ ਪਹਿਲਾਂ ਸਭ ਕਿਸਾਨਾਂ ਨੂੰ ਤਾਂ ਹੁਣ ਸਭ ਪਤਾ ਹੈ, ਹਰ ਰੋਜ਼ ਉੱਥੇ ਇਹ ਗੱਲਾਂ ਹੁੰਦੀਆਂ ਨੇ ਜੀ। ਉਹ ਪਹਿਲਾਂ ਤਾਂ ਜਿਹੜੀ ਉਹ ਮਾਰਕੀਟ ਹੈ ਜਿਹੜੀ ਇਹਨਾਂ ਨੇ ਪ੍ਰਾਈਵੇਟ ਚਲਾਉਣੀ ਹੈ ਜੀ, ਉਹਦੇ ਵਿੱਚ ਵੱਧ ਮੁੱਲ ਦਿੱਤੇ ਜਾਣਗੇ ਜੀ। ਕਿਸੇ ਦੀ ਕਣਕ ਟੁੱਟੀ ਫੁੱਟੀ, ਭੋਰਾ ਦਾਣੇ ਖਰਾਬ ਵੀ ਨੇ, ਉਹ ਵੀ ਲੈ ਜਾਣਗੇ ਜੀ। ਉਹਨਾਂ ਨੂੰ ਵੱਧ ਮੁੱਲ। ਜਦੋਂ ਲੋਕ ਮੰਡੀ 'ਚ ਜਾਣੋਂ ਹਟ ਗਏ, ਮੰਡੀ ਦੇ ਕਰਮਚਾਰੀਆਂ ਦੀ ਛੁੱਟੀ ਕਰ ਦੇਣਗੇ, ਮੰਡੀ ਸਾਰੀ ਖਤਮ ਕਰ ਦੇਣਗੇ ਜੀ। ਤੇ ਜਦੋਂ 3-4 ਸਾਲਾਂ ਦਾ ਹੋ ਗਏ ਜੀ, ਮੁੜ ਕੇ ਫਿਰ ਉਹਦੇ ਨੱਕ ਮਾਰਿਆ ਕਰਨਗੇ, ਤੇਰੀ ਕਣਕ ਦੇ ਵਿੱਚ ਤਾਂ ਹੋਰ ਹੀ ਵੀਡਸ ਰਲੇ ਫਿਰਦੇ ਨੇਗੇ, ਤੇਰੀ ਕਣਕ ਤਾਂ ਇਹਦਾ ਦਾਣਾ ਟੁੱਟਿਆ ਹੋਇਆ ਹੈ, ਤੇਰੀ ਕਣਕ ਦੀ ਤਾਂ ਵੈਰਾਈਟੀ ਹੋਈ ਹੋਰ ਹੈ। ਸੋ ਉਹ ਕਰਕੇ ਮਨਮਰਜ਼ੀ ਦਾ ਮੁੱਲ ਲਾਉਣਗੇ ਕਿਸਾਨ ਨੂੰ ਖਰੀਦਣਗੇ ਜੀ, ਤੇ ਜਿਹੜੇ ਬੰਦਿਆਂ ਨੂੰ ਗਾਹਾਂ ਵੇਚਣਾ ਜੀ ਮਨਮਰਜ਼ੀ ਦਾ ਮੁੱਲ ਲਾਉਣਗੇ ਉਹਨਾਂ ਨੂੰ ਵੇਚਣ ਵਾਲੇ। ਕਿਉਂਕਿ ਵਿਚਾਲੇ ਜਿਹੜਾ ਇੱਕ ਹੋਰ ਦੂਜਾ ਕਾਨੂੰਨ ਹੈ ਜੀ, ਉਹ ਇਹ ਕਹਿੰਦਾ ਪਹਿਲਾਂ ਇੰਦਰਾ ਗਾਂਧੀ ਵੇਲੇ ਜੀ ਸੋਚ ਸਮਝ ਕੇ ਇਹ ਕਾਨੂੰਨ ਬਣਾਏ ਸੀ, ਉਦੋਂ ਪਹਿਲਾਂ ਪੂਰਾ ਬਣੇ ਸੀਗੇ ਜੀ, ਕਿ ਭਾਈ ਜਿਹੜੇ ਬਹੁਤ ਸਾਰੇ ਕੁਝ ਅਮੀਰ ਬੰਦੇ ਨੇ ਉਹ ਜ਼ਖੀਰੇਬਾਜ਼ੀ ਕਰਦੇ ਨੇ ਜੀ, ਉਹ ਖਾਣ ਵਾਲੀਆਂ ਵਸਤਾਂ ਨੂੰ ਇੱਕ ਤਾਂ ਇਕੱਠੀਆਂ ਕਰ ਲੈਂਦੇ ਨੇ ਜੀ। ਮੰਡੀ 'ਚ ਸਭ ਕੁਝ ਪਿਆ ਹੈ ਪਰ ਉਹਨਾਂ ਨੇ ਲੁਕੋ ਰੱਖਿਆ ਜੀ। ਉਹ ਚੀਜ਼ ਹੋ ਜਾਂਦੀ ਹੈ ਮਹਿੰਗੀ, ਜਦੋਂ ਮਹਿੰਗੀ ਹੋ ਗਈ ਉਦੋਂ ਲਿਆ ਕੇ ਸਿੱਟ ਦਿੰਦੇ ਨੇ, ਉਹ ਵੀ ਥੋੜੀ ਤਾਂ ਕਿ ਉਹ ਮਹਿੰਗੀ ਵਿਕੇ। ਹੁਣ ਉਹ ਜਿਹੜੀ ਜ਼ਖੀਰੇਬਾਜ਼ੀ ਨੂੰ ਦੇਖ ਕੇ ਉਹਦਾ ਕਾਨੂੰਨ ਬਣਾਇਆ ਸੀ, ਭਾਈ ਸਰਕਾਰ FCI ਬਣਾਈ ਜੀ, ਸਰਕਾਰ ਦਾਣੇ ਜਮਾ ਕਰੂ, ਸਰਕਾਰ ਜ਼ਖੀਰੇਬਾਜ਼ੀ ਕਰੂਗੀ ਜੀ। ਕੋਈ ਪ੍ਰਾਈਵੇਟ ਬੰਦਾ ਇਦੋਂ ਵੱਧ ਕੁਝ ਜਿਹੜੀ ਥੋੜੀ ਲਿਮਟ ਰੱਖੀ ਹੈ, ਉਦੋਂ ਵੱਧ ਕੋਈ ਕਣਕ, ਕੋਈ ਚੌਲ, ਕੋਈ ਖਾਣ ਵਾਲੀ ਚੀਜ਼ ਨਹੀਂ ਰੱਖ ਸਕਦਾ ਜੀ। ਕਾਹਦੇ ਵਾਸਤੇ ਬਣੀ ਸੀ ਜੀ? ਉਹ ਇਸੇ ਕਰਕੇ ਬਣੀ ਸੀ ਕਿ ਆਮ ਲੋਕਾਂ ਨੂੰ ਸਹੀ ਮੁੱਲ ਦੇ ਉੱਤੇ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਰਹਿਣ। ਕਿਉਂਕਿ ਭੁਪਿੰਦਰ ਦੁਨੀਆ 'ਚ ਜਦ ਵੀ ਕਾਲ ਪਿਆ ਜੀ, ਅਰਥ ਸ਼ਾਸਤਰੀਆਂ ਨੇ ਭਾਰਤ ਦੇ ਬੰਗਾਲ ਦੇ ਕਾਲ ਦੀ ਵੀ ਗੱਲ ਕਰੀ ਹੈ, ਹੋਰ ਦੇਸ਼ਾਂ ਦੀ ਵੀ ਗੱਲ ਕਰੀ ਹੈ ਜੀ, ਕਿਤੇ ਵੀ ਕਾਲ ਦੁਨੀਆ 'ਚ ਦਾਣਿਆਂ ਦੀ ਥੋੜ ਕਾਰਨ ਨਹੀਂ ਹੋਇਆ। ਜੇ ਉੱਥੇ ਪਿਆ ਤਾਂ ਸਟੋਰੇਜ ਕਰਕੇ ਹੋਇਆ। ਹਾਂ, ਤਾਂ ਕਿਉਂਕਿ ਮੰਡੀ ਦੇ ਵਿੱਚ ਜਾਣਬੁੱਝ ਕੇ ਉਹਦਾ ਭਾਅ ਇੰਨਾ ਚੱਕ ਦਿੱਤਾ ਗਿਆ ਕਿ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ, ਲੋਕ ਭੁੱਖੇ ਮਰ ਗਏ ਜੀ। ਉਸ ਨੂੰ ਰੋਕਣ ਵਾਸਤੇ ਇੱਕ ਸੀ ਕਿ ਜ਼ਖੀਰੇਬਾਜ਼ੀ ਨਹੀਂ ਕਰਨੀ। ਉਹ ਹੁਣ ਸੁੱਖ ਨਾਲ ਕਹਿੰਦੇ ਜੀ ਜਿੰਨੀ ਮਰਜ਼ੀ ਜ਼ਖੀਰੇਬਾਜ਼ੀ ਕਰੋ। ਯਾਨੀ ਹੁਣ ਇਹ ਇਸ ਕਾਨੂੰਨ ਦੇ ਵਿੱਚ ਵੀ ਹੈਗੀ ਆ ਗੱਲ। ਹਾਂ, 3 ਕਾਨੂੰਨ ਨੇ। ਜਿਹੜਾ ਪਹਿਲੇ ਕਾਨੂੰਨ ਮੰਡੀ, ਦੂਜਾ ਕਾਨੂੰਨ ਜ਼ਖੀਰੇਬਾਜ਼ੀ ਜੀ, ਤੀਜਾ ਕਾਨੂੰਨ ਹੈਗਾ ਕਿ ਕੰਟਰੈਕਟ ਫਾਰਮਿੰਗ। ਜਿਹੜੀ ਕੰਟਰੈਕਟ ਫਾਰਮਿੰਗ ਦੇ ਵਿੱਚ ਇਹ ਹੈ ਕਿ ਜੇ ਵਾਲਮਾਰਟ ਨੂੰ ਇਹ ਲੱਗਦਾ ਹੈ ਕਿ ਡਿਊਰਮ ਕਣਕ ਹੈ ਜਿਹੜੀ ਸਿਰਫ ਉਹਦੀ ਡਬਲ ਰੋਟੀ ਸਾਨੂੰ ਫਿੱਟ ਬੈਠਦੀ ਹੈ ਜੀ, ਤਾਂ ਉਹਨੇ ਕੰਟਰੈਕਟ ਕਰਨਾ ਉਹਦੇ ਨਾਲ ਕਿ ਡਿਊਰਮ ਵੀਟ ਜੇ ਤੂੰ ਬੀਜੇਗਾ ਮੈਂ ਤੇਰੀ ਇੰਨੀ ਮਹਿੰਗੀ ਲੈ ਲੂ। ਠੀਕ ਹੈ ਜੀ, ਕੰਟਰੈਕਟ ਫਾਰਮਿੰਗ ਹੈ। ਜੇ ਉਹਦੇ ਵਿੱਚ ਕੋਈ ਘਾਟਾ ਵਾਧਾ ਹੁੰਦਾ ਉਹ ਤਾਂ ਹੁਣ ਤਾਂ ਲੋਕਾਂ ਨੂੰ ਬਹੁਤ ਤਜਰਬਾ ਹੋਏਗਾ ਇਸ ਗੱਲ ਦਾ ਜੀ, ਕਿ ਸੁੱਖ ਨਾਲ ਉਹੀ ਪਹਿਲਾਂ ਵਾਲੀ ਗੱਲ। ਪਹਿਲਾਂ 1-2 ਸਾਲ ਦਾ ਕਹਿੰਦੀ ਆਲੂ ਅਸੀਂ ਲਵਾਂਗੇ ਜਿੰਨੇ ਮਰਜ਼ੀ ਦਿਓ, ਆ ਰੇਟ ਲਵਾਂਗੇ ਜੀ। ਪਹਿਲੇ ਸਾਲ ਤਾਂ ਜੋ ਮਰਜ਼ੀ ਆਉਣ ਦਿਓ। ਦੂਜੇ ਜਦੋਂ ਆਲੂ ਮੰਡੀ 'ਚ ਹੋ ਗਿਆ ਜ਼ਿਆਦੇ, ਉਹ ਕਹਿੰਦੇ ਫਿਰ ਕੜਾ ਲੈ ਕੇ ਖੜ ਗਏ। ਜਿਹੜਾ ਆਲੂ ਇਹਦੇ ਵਿੱਚ ਦੀ ਲੰਘੂ, ਕੜੇ ਦੇ ਵਿੱਚ ਲੰਘੂ, ਹਾਂ ਉਹ ਸਾਡਾ ਜੀ। ਜੇ ਫਸ ਗਿਆ ਤਾਂ ਵੀ ਤੇਰਾ, ਜੇ ਸਿੱਧਾ ਡਿੱਗ ਪਿਆ ਤਾਂ ਵੀ ਤੇਰਾ।
ਐਸ ਸਾਈ ਦਾ ਹੀ ਲੈਣਾ ਇਹ ਸਾਈਜ਼ ਦੇ ਚਾਹੀਦਾ। ਹਾਂ, ਸੋ ਇਹ ਜਿਹੜੀਆਂ ਗੱਲਾਂ ਨੇਗੀਆਂ ਜੀ। ਇਹ ਕੰਟਰੈਕਟ ਫਾਰਮਿੰਗ ਦੀ ਮੁਸ਼ਕਲ ਲੋਕਾਂ ਨੇ ਵੇਖੀ ਹੈ ਜੀ। ਇਹ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾਂ ਫਟਾਫਟ ਲੈ ਲੈਂਦੇ ਨੇ, ਮੁੜ ਕੇ ਫਿਰ ਇਹਨਾਂ ਨਗੋਚਾਂ ਦੇ ਉੱਤੇ ਆ ਜਾਂਦੇ ਨੇ ਜਦੋਂ ਮੰਡੀ 'ਚ ਉਹਨਾਂ ਨੂੰ ਦੂਜੇ ਪਾਸੋਂ ਸਸਤੀ ਕਹਿਣ ਦਾ ਮਤਲਬ ਮੰਨ ਲਓ ਇੱਕ ਐਗਜ਼ਾਮਪਲ ਲੈ ਲੈਂਦੇ ਆ, ਖਾਣ ਦੇ ਜਿਹੜਾ ਕੋਈ ਚਿਪਸ ਕੋਈ ਬਣਦਾ ਹੈਗਾ, ਸੋ ਉਹ ਕੰਪਨੀਆਂ ਨੇ ਆਲਰੇਡੀ ਪਹਿਲਾਂ ਇਹ ਚੀਜ਼ਾਂ ਸਾਡੇ ਲੋਕਾਂ ਦੇ ਥੋਪ ਚੁੱਕੇ ਆ, ਅਜਮਾ ਚੁੱਕੇ ਨੇ ਇਹ ਚੀਜ਼ਾਂ ਨੂੰ। ਬਿਲਕੁਲ ਅਜਮਾ ਚੁੱਕੇ ਨੇ। ਉਹਨਾਂ ਨੇ ਦੇਖਿਆ ਕਿ ਇੱਕ ਨਾ ਦਾ ਸਾਥ ਸਾਨੂੰ ਵਧੀਆ ਮੁੱਲ ਮਿਲਦਾ ਹੈ, ਭੋਰਾ ਵੱਧ ਪੈਸੇ ਵੀ ਜੇਬ 'ਚ ਪੈ ਜਾਂਦੇ ਨੇ। ਉਦੋਂ ਬਾਅਦ ਇਹ ਜਾਣ ਬੁੱਝ ਕੇ ਉਹ ਨਹੀਂ ਕਰਕੇ ਜਾਂ ਤਾਂ ਚੀਜ਼ ਖਰੀਦਦੇ ਹੀ ਨਹੀਂ ਜੇ ਉਹਨਾਂ ਨੂੰ ਸਕਦਾ, ਜੇ ਖਰੀਦਦੇ ਨੇ ਤਾਂ ਉਹਦੇ ਵਿੱਚੋਂ ਕਟੌਤੀ ਲਾ ਕੇ ਰੇਟ ਦੇ ਵਿੱਚ ਫੇਰ ਖਰੀਦਦੇ ਨੇ। ਜੀ ਜੀ ਜੀ। ਸੋ ਇਹ ਜਿਹੜੀਆਂ ਗੱਲਾਂ ਨੇਗੀਆਂ, ਇਹ ਗੱਲਾਂ ਬਹੁਤ ਵਾਰ ਜਿਹੜੇ ਸਾਡੇ ਕਿਸਾਨਾਂ ਦੇ ਲੀਡਰ ਨੇ ਜੀ ਉਹ ਉਸ ਮੀਟਿੰਗ ਦੇ ਵਿੱਚ ਰੱਖ ਚੁੱਕੇ ਨੇ ਜੀ। ਜਿਹੜੇ ਉੱਥੇ ਮੰਤਰੀ ਜੀ ਬੈਠੇ ਨੇ ਤੋਮਰ ਸਾਹਿਬ, ਉਹਨਾਂ ਨੂੰ ਸਮਝਾ ਚੁੱਕੇ ਨੇ ਇੱਕ ਇੱਕ ਮੁੱਦੇ ਦੇ ਉੱਤੇ, ਮਾਦੇ ਜਿਹੜੀ ਉਹਦੀ ਕਹ ਲਈਏ ਇੱਕ ਉਹਦੇ ਵਿੱਚ ਪੁਆਇੰਟ ਨੇ ਜਿਹੜੇ ਕਾਨੂੰਨ ਦੇ, ਉਹ ਸਾਰੇ ਡਿਸਕਸ ਕਰ ਚੁੱਕੇ ਨੇ। ਹੁਣ ਉਹ ਕਹਿੰਦੇ ਨੇ ਜੀ ਜਿਹੜੀ ਮਰਜ਼ੀ ਮੱਦ ਜਿਵੇਂ ਆਖੋਗੇ ਉਹ ਬਦਲਾ ਦਾਂਗੇ, ਕਾਨੂੰਨ ਨਹੀਂ ਵਾਪਸ ਹੋਣੇ। ਡਾਕਟਰ ਸਾਹਿਬ ਇੱਕ ਮੈਂ ਤੁਹਾਨੂੰ ਇਹ ਪੁਆਇੰਟ ਕਰ ਦਿੰਦਾ, ਤੁਸੀਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਦੇਖਿਆ ਵੀ ਹੈ, ਵਿਚਰੇ ਵੀ ਹੋ, ਬਹੁਤ ਸਾਰੇ ਸੰਘਰਸ਼ਾਂ ਦੇ ਨਾਲ ਜੁੜੇ ਵੀ ਰਹੇ ਹੋ। ਜੇ ਕੈਨੇਡਾ ਦੀ ਗੱਲਬਾਤ ਕਰੀਏ ਸੋ ਡਾਕਟਰ ਸਾਹਿਬ ਇੱਥੇ ਬਹੁਤ ਸੋਸ਼ਲ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ। ਡਾਕਟਰ ਸਾਹਿਬ ਕੋਈ ਭਰੋਸਾ ਹੈ ਸਰਕਾਰ ਤੇ? ਉਹ ਭਰੋਸਾ ਨਹੀਂ, ਉਹ ਤਾਂ ਜਿਹੜੇ ਸੋਚਣ ਵਾਲੇ ਨੇ, ਸਮਝਣ ਵਾਲੇ ਨੇ, ਉਹ ਇਹ ਕਹਿੰਦੇ ਨੇ ਵੀ ਇਹ ਜਿਹੜਾ ਡੱਬਾ ਕਾਨੂੰਨ ਦਾ ਹੈਗਾ ਇਹਨੂੰ ਜਮਾਂ ਹੀ ਖਾਲੀ ਕਰ ਦਈਏ ਜੀ। ਪਰ ਜਿਹੜਾ ਪਹਿਲਾ ਪਹਿਰਾ ਲਿਖਿਆ ਹੋਇਆ ਹੈ ਜਿਹਦੇ ਵਿੱਚ ਸਿਰਫ ਇਹ ਗੱਲ ਲਿਖੀ ਹੈ ਕਿ ਇਹ ਕਾਨੂੰਨਾਂ ਦਾ ਮਕਸਦ ਕੀ ਹੈ ਜੀ, ਉਹ ਮਕਸਦ ਹੈਗਾ ਜੀ ਖੁੱਲੀ ਮੰਡੀ ਕਰਨੀ ਹੈ ਜੀ, ਤਾਂ ਕਿ ਕਿਸਾਨਾਂ ਨੂੰ ਤੇ ਜਿਹੜੇ ਵਪਾਰੀ ਨੇ ਸਾਰਿਆਂ ਨੂੰ ਸਹੂਲਤ ਮਿਲ ਜਾਏ। ਇਹ ਜਿਹੜੀ ਸ਼ਬਦ ਹੈ ਸਹੂਲਤ ਮਿਲ ਜਾਏ, ਉਹ ਸਾਰਾ ਡੱਬਾ ਖਾਲੀ ਹੈ, ਉਹਦੇ ਵਿੱਚ ਕੁਝ ਨਹੀਂ ਹੈਗਾ। ਉਹ ਸਹੂਲਤ ਮਿਲ ਜਾਏ ਦੇ ਨਾਮ ਦੇ ਉੱਤੇ ਜਿਹੜਾ ਮਰਜ਼ੀ ਆਰਡੀਨੈਂਸ ਪਾ ਦਿਓ, ਖਾਲੀ ਕਰਤਾ। ਕਹਿਣਾ ਜੋ ਮਰਜ਼ੀ ਪਾਈ ਜਾਓ, ਇੱਕ ਵਰਡ ਹੈ ਜੁਮਲਾ ਤਾਂ ਛੱਡੇ ਦਿੱਤਾ। ਹਾਂ, ਉਹ ਛੱਡਤਾ, ਉਹਦੇ ਵਿੱਚ ਇੱਕ ਤੁਹਾਨੂੰ ਖਾਲੀ ਕਰਤਾ, ਖਾਲੀ ਕਰਤਾ, ਪਰ ਦੁਬਾਰਾ ਜੋ ਮਰਜ਼ੀ ਸਿੱਟ ਲਓ, ਤੁਹਾਨੂੰ ਉਹਨਾਂ ਨੂੰ ਕੌਣ ਰੋਕ ਸਕਦਾ? ਕਿਉਂਕਿ ਕਾਨੂੰਨ ਤਾਂ ਪਿਆ ਹੈ ਨਾ। ਹੁਣ ਕਾਨੂੰਨ ਦੀ ਗੱਲ ਚੱਲੀ ਆ, ਮੀਟਿੰਗਾਂ ਹੋਈਆਂ, 8ਵੀਂ ਮੀਟਿੰਗ ਹੋਈ, ਕੀ ਹੋਈ ਉਹਦੇ ਵਿੱਚ ਕੀ ਨਿਕਲਿਆ? ਦੇਖੋ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਕਹਿਤਾ ਸੀਗਾ ਕਿ ਜੇ ਤਾਂ ਤੁਸੀਂ ਕਾਨੂੰਨ ਲੈਣੇ ਆ ਵਾਪਸ, ਇਹਨਾਂ ਨੂੰ ਕਰਨਾ ਹੈ ਰੱਦ ਜੀ, ਤਾਂ ਸਾਨੂੰ ਬੁਲਾ ਲਿਓ, ਅਸੀਂ ਗੱਲ ਕਰ ਲਾਂਗੇ ਜੀ। ਪਰ ਜਦੋਂ ਇੱਥੇ ਗੱਲ ਆ ਜਾਂਦੀ ਹੈ ਕਿ ਅਸੀਂ ਗੱਲ ਕਰਨ ਨਹੀਂ ਜਾਣਾ, ਤਾਂ ਕਿਸਾਨ ਵੀ ਬੈਠੇ ਆ, ਹਰ ਇੱਕ ਬੰਦਾ ਜਿਹੜਾ ਉੱਥੇ ਇੱਕ ਇੱਕ ਦਿਨ ਭੁਪਿੰਦਰ ਕੱਢਣਾ ਔਖਾ ਹੁੰਦਾ ਹੈ। ਉਸ ਥਾਂ ਦੇ ਉੱਤੇ ਮੀਂਹ ਪਿਆ ਜਦੋਂ ਜੀ, ਉਸ ਤੋਂ ਬਾਅਦ ਲੋਕਾਂ ਦੇ ਜਿੱਥੇ ਉਹ ਸੜਕਾਂ ਤੇ ਸੌਂਦੇ ਸੀ ਉਹ ਭਿੱਜ ਗਿਆ, ਕੱਪੜੇ ਭਿੱਜ ਗਏ, ਜਿਹੜਾ ਬਾਲਣ ਜਿਹਦੇ ਨਾਲ ਉਹ ਰੋਟੀਆਂ ਬਣਾਉਂਦੇ ਸੀ ਉਹ ਭਿੱਜ ਗਿਆ, ਉਹਨਾਂ ਦੇ ਚੁੱਲ੍ਹੇ ਚੌਂਕੇ ਜਿਹੜੇ ਛੋਟੇ ਮੋਟੇ ਬਣਾਏ ਸੀ ਉਹ ਭਿੱਜ ਗਏ, ਠੰਡ ਉੱਤੋਂ ਹੋਰ ਹੋ ਗਈ। ਉਹਨਾਂ ਹਾਲਤਾਂ 'ਚ ਇੱਕ ਇੱਕ ਦਿਨ ਕੱਢਣਾ ਔਖਾ ਹੈ ਜੀ। ਉਹਨਾਂ ਜੇ ਉਮੀਦ ਹੀ ਹੈ ਨਹੀਂ ਤਾਂ ਬੰਦਾ ਫਿਰ ਬੇਉਮੀਦਾ ਹੋ ਕੇ ਉੱਥੇ ਬੈਠਿਆ ਵੀ ਨਹੀਂ ਜਾ ਸਕਦਾ ਜੀ ਜੀ। ਤੇ ਉਹਨਾਂ ਨੂੰ ਵੀ ਇਹ ਹੈਗਾ ਕਿਸਾਨ ਜੇ ਸਾਡੇ ਲੀਡਰ ਗੱਲ ਹੀ ਨਹੀਂ ਕਰਦੇ ਫਿਰ ਮੁੱਕੂਗਾ ਕਿਵੇਂ ਜੀ? ਕਿਸਾਨ ਤਾਂ ਇਹ ਕਹਿੰਦੇ ਨੇ, ਲੀਡਰ ਇਹ ਕਹਿੰਦੇ ਨੇ ਕਿ ਸੱਦੋ ਅਸੀਂ ਆਵਾਂਗੇ ਭਾਈ, ਪਰ ਤੁਸੀਂ ਗੱਲ ਤਾਂ ਸਿਰੇ ਗਾਂ ਤੋਰੋ ਨਾ ਜੀ। ਜਿਹੜੀ ਮੀਟਿੰਗ ਹੁਣ ਇਹ ਕੱਲ ਗਈ ਉੱਥੇ ਦੇ ਹਿਸਾਬ ਨਾਲ ਜੀ, ਤਾਂ ਉਹ ਮੀਟਿੰਗ ਦੇ ਵਿੱਚ ਤਾਂ ਬਿਲਕੁਲ ਹੀ ਇਹ ਗੱਲ ਸੀਗੀ ਕਿ ਉਹ ਫਿਰ ਦੁਬਾਰਾ ਤੋਮਰ ਸਾਹਿਬ ਨੇ ਜਿਹੜੇ ਦੁਬਾਰਾ ਸਮਝਾਉਣ ਲੱਗ ਜਾਂਦੇ ਨੇ ਵੀ ਇਹਦੇ ਫਾਇਦੇ, ਉਹ ਕਹਿੰਦੇ ਫਾਇਦੇ ਭਾਈ ਤੁਸੀਂ ਅਸੀਂ ਸੁਣ ਲਏ, ਅਸੀਂ ਤੁਹਾਨੂੰ ਇਹਦੇ ਨੁਕਸਾਨ ਵੀ ਦੱਸਦੇ, ਹੁਣ ਉਹਦੇ ਉੱਤੇ ਬਾਰ-ਬਾਰ ਜਾਣ ਦਾ ਕੀ ਫਾਇਦਾ ਜੀ? ਤੁਸੀਂ ਇਹਨੂੰ ਇਹ ਦੱਸੋ ਕਿ ਇਹਨੂੰ ਵਾਪਸ ਕਿੱਦਾਂ ਲੈਣਾ। ਉਹ ਕਹਿੰਦੇ ਵਾਪਸ ਲੈਣ ਵਾਸਤੇ ਤਾਂ ਫਿਰ ਮੈਨੂੰ ਰਾਇ ਕਰਨੀ ਪਊ। ਹੁਣ ਜੇ ਰਾਇ ਜਿਨ੍ਹਾਂ ਨਾਲ ਕਰਨੀ ਹੈ, ਆਪਾਂ ਨੂੰ ਪਤਾ ਕਿੰਨਾ ਰਾਇ ਦੇਖੋ ਪ੍ਰਧਾਨ ਮੰਤਰੀ ਨੇ ਪਹਿਲਾਂ ਬਣਾਇਆ, ਫਿਰ ਰਾਸ਼ਟਰਪਤੀ ਨੇ ਜਿਹੜਾ ਉਹਦੇ ਤੇ ਸਟੈਂਪ ਲਗਾਤੀ ਸਾਰਾ ਕੁਝ, ਫਿਰ ਇਹਨਾਂ ਨਾਲ ਰਾਇ ਹੋਣੀ ਹੈ ਨਾ। ਦੇਖੋ ਤੋਮਰ ਸਾਹਿਬ ਕਹਿੰਦੇ ਨੇ ਆਪਦੀ ਲੀਡਰਸ਼ਿਪ, ਉਹਨਾਂ ਦਾ ਅਮਿਤ ਸ਼ਾਹ ਨੇ ਤੇ ਮੋਦੀ ਉੱਤੇ ਦੋ ਹੀ ਰਹਿ ਗਏ ਤੇ ਉਹਨਾਂ ਨੂੰ ਵਿੱਚ ਬਿਠਾ ਲਓ। ਆਉਂਦੇ ਨਹੀਂ ਜੀ, ਉਹ ਤਾਂ ਰੈਲੀਆਂ ਤੇ ਬਿਜ਼ੀ ਨੇ। ਹੁਣ ਇਹਦਾ ਮਤਲਬ ਇਹ ਹੈਗਾ ਕਿ ਉਹਨਾਂ ਦਾ ਤਾਂ ਸਿਰਫ ਰਾਜ ਵਧਾਉਣ ਦੇ ਚੱਕਰ 'ਚ ਨੇ, ਉਹ ਰਾਜ ਜਿਹੜਾ ਸਾਂਭਿਆ ਹੋਇਆ ਉਹਦੀ ਜਨਤਾ ਦੀ ਕੋਈ ਫਿਕਰ ਨਹੀਂ ਉਹਨਾਂ ਨੂੰ। ਡਾਕਟਰ ਸਾਹਿਬ ਇੱਕ ਅੰਦਰੋਂ ਖਬਰ ਹੋਰ ਵੀ ਬਾਹਰ ਆ ਰਹੀ ਹੈ, ਯਾਨੀ ਖਬਰ ਇਹ ਆ ਰਹੀ ਹੈ, ਉਹ ਕਹਿੰਦੇ ਜਿਹੜੇ ਉੱਥੇ ਦੇ ਖੇਤੀ ਰਾਜ ਮੰਤਰੀ ਨੇ ਉਹ ਕਹਿ ਰਹੇ ਨੇ ਵੀ ਇਹ ਤਾਂ ਹਜੇ ਸ਼ੁਰੂਆਤ ਹੈ, ਹਜੇ ਤਾਂ ਜਿਹੜੀ ਕੀਟਨਾਸ਼ਕ ਦਵਾਈਆਂ ਨੇ ਉਹਦੇ ਲਈ ਵੀ ਅਸੀਂ ਕੋਈ ਕਾਨੂੰਨ ਲੈ ਕੇ ਆ ਰਹੇ ਹਾਂ। ਕੀ ਭੁਪਿੰਦਰ ਉਹਨਾਂ ਨੇ ਕੀਟਨਾਸ਼ਕ ਦਵਾਈਆਂ ਦਾ ਕੀ ਲਿਆਉਣਾ ਕਾਨੂੰਨ? ਕਾਨੂੰਨ ਉਹਦਾ ਇਹੀ ਹੈ ਜਿਵੇਂ ਜਿਹੜੀ ਬਣ ਗਈ ਜਿਹੜੀ ਕੰਟਰੈਕਟ ਫਾਰਮਿੰਗ ਹੈ ਜੀ, ਕੰਟਰੈਕਟ ਫਾਰਮਿੰਗ ਦੇ ਵਿੱਚ ਸਾਰੀਆਂ ਗੱਲਾਂ ਹੀ ਇਹ ਨੇ ਜੀ ਕਿ ਜਦੋਂ ਅਸੀਂ ਤੁਹਾਡੇ ਨਾਲ ਇਹ ਕਰ ਲਿਆ ਕਿ ਅਸੀਂ ਆਲੂ ਬਜਾਉਣੇ ਨੇ, ਆਲੂ ਦਾ ਬੀਜ ਕਿਹੜਾ ਲਾਉਣਾ ਹੈ, ਬੀਜਣਾ, ਆਲੂ ਦੇ ਵਿੱਚ ਜਿਹੜੀ ਜੇ ਗੋਡੀ ਕਰਨੀ ਆ ਉਹ ਕਿੱਦਾਂ ਕਰਨੀ ਹੈ, ਉਹਦੀ ਵੀਡੀਸਾਈਡ ਜੇ ਛਿੜਕਣੀ ਹੈ ਤਾਂ ਕਿਹੜੀ ਛਿੜਕਣੀ ਆ, ਆ ਅਸੀਂ ਦੇਵਾਂਗੇ। ਕਹਿਣ ਦਾ ਮਤਲਬ ਉਹ ਮੁੱਦਾ ਉੱਥੇ ਆ ਗਿਆ ਵੀ ਉਹਨਾਂ ਦੀਆਂ ਕੰਪਨੀਆਂ ਬਣਾਉਣਗੇ ਉਹੀ ਤੁਹਾਨੂੰ ਯੂਜ਼ ਕਰਨਾ ਪੈਣਾ। ਕੁਝ ਕੰਟਰੈਕਟ ਦੇ ਹਿਸਾਬ ਦੇ ਨਾਲ ਚੱਲੂਗਾ,
ਉਦੋਂ ਬਾਅਦ ਫਿਰ ਇਹ ਵੀ ਹੈਗਾ ਉਲਟਾ ਜੀ। ਕਿ ਕਿਸਾਨ ਦੀ ਬੇਸ਼ੱਕ ਕੋਈ ਵੀ ਗਲਤੀ ਨਾ ਹੋਵੇ, ਜੀ। ਮੁੜ ਕੇ ਮਸ਼ੀਨ ਦੇ ਵਿੱਚ ਪਾ ਕੇ ਕਹਿਣਗੇ ਵੀ ਤੂੰ ਤਾਂ ਸਪਰੇਅ ਵੱਧ ਕਰਤੀ, ਇਹਦੀ ਤਾਂ ਆਹ ਦੇਖ ਇਹਦੇ ਵਿੱਚ ਆਈ ਜਾਂਦੀ ਹੈ, ਇਹ ਤਾਂ ਸਾਡੇ ਕੰਮ ਦੀ ਨਹੀਂ ਹੈ। ਸੋ ਡਾਕਟਰ ਸਾਹਿਬ ਕਹਿਣ ਦਾ ਮਤਲਬ ਜਦੋਂ ਲਾਗਤ ਇੰਨੀ ਹੋ ਗਈ, ਆਪਣੇ ਤੌਰ ਤੇ ਸਾਰਾ ਕੁਝ ਕਰ ਲਿਆ, ਉਹਨਾਂ ਨੇ ਚੱਕਣਾ ਨਹੀਂ ਹੈਗਾ। ਇਹ ਸਾਰੀਆਂ ਮੱਦਾਂ ਜਿਹੜੇ ਵਪਾਰੀ ਨੇ ਉਹਨਾਂ ਦੇ ਹੱਕ 'ਚ ਨੇ, ਕਿਸਾਨ ਜਥੇਬੰਦੀਆਂ ਵਾਲੇ ਇਹ ਜਾਣਦੇ ਨੇ। ਉਦੋਂ ਬਾਅਦ ਤਾਂ ਇਹ ਵੀ ਗੱਲਾਂ ਉੱਥੇ ਆਈਆਂ ਕਿ ਜਿੱਦਾਂ ਸਰਕਾਰ ਟਾਲਾ ਵੱਟ ਰਹੀ ਸੀ ਇਸ ਗੱਲ ਤੋਂ ਵੀ ਭਾਈ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ, 11 ਨੂੰ ਸੁਣਵਾਈ ਹੈ, ਉਦਣ ਵੀ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਫੈਸਲਾ ਉਡੀਕ ਲਈਏ, ਦੇਖ ਲਈਏ ਕੀ ਹੈ ਕੀ। ਹੁਣ ਜਿਹੜਾ ਕੀ ਕਰੂ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ ਅਸੀਂ ਤਾਂ ਸੁਪਰੀਮ ਕੋਰਟ 'ਚ ਨਾ ਧੇਰਾਂ, ਨਾ ਅਸੀਂ ਮੁਕੱਦਮਾ ਕੀਤਾ ਹੈ, ਨਾ ਅਸੀਂ ਉਹਨੂੰ ਸੁਣਨਾ ਹੈ, ਨਾ ਸਾਡੇ ਵਕੀਲ ਨੇ ਜਾਣਾ ਹੈ। ਜੇ ਸਾਡੇ ਖਿਲਾਫ ਵੀ ਹੋ ਗਿਆ ਅਸੀਂ ਤਾਂ ਭਾਈ ਦੇਖ ਭੁਪਿੰਦਰ, ਜਿਹੜਾ ਅਦਾਲਤ ਹੈ, ਅਦਾਲਤ ਨੇ ਕੋਈ ਫੈਸਲਾ ਦਿੱਤਾ, ਉਹ ਲੋਕਾਂ ਦੇ ਨਹੀਂ ਫਿੱਟ ਬੈਠਦਾ ਤਾਂ ਉਹਦਾ ਇਲਾਜ ਕਿਹਦੇ ਕੋਲ ਹੈ? ਸਰਕਾਰ ਕੋਲ ਹੈ। ਸਰਕਾਰ ਨੂੰ ਤਾਂ ਪਹਿਲਾਂ ਹੀ ਇਹ ਕਹਿੰਦੇ ਨੇ ਭਾਈ ਆਹ ਸਾਡਾ ਇਲਾਜ ਕਰੋ। ਹੁਣ ਜੇ ਅਦਾਲਤ ਵੀ ਕੋਈ ਇੱਧਰ ਇਸ ਤਰ੍ਹਾਂ ਦੀ ਕੋਈ ਫੈਸਲਾ ਕਰਦੀ ਹੈ, ਕਿਸਾਨਾਂ ਕੋਲ ਤਾਂ ਰੋਣ ਦਾ ਇੱਕੋ ਹੀ ਤਰੀਕਾ ਨਾ, ਜੋ ਉਹ ਕਰ ਰਹੇ ਨੇ ਪਹਿਲਾਂ ਬੈਠੇ ਨੇ। ਸੋ ਕਹਿੰਦੇ ਆ ਵੀ ਅਦਾਲਤ ਦਾ ਫੈਸਲਾ ਕੀ ਆਊ ਕੀ ਨਾ ਆਊ, ਅਸੀਂ ਤਾਂ ਆਪਦੀਆਂ ਮੰਗਾਂ ਮਨਾਉਣ ਖਾਤਰ ਬੈਠੇ ਹਾਂ, ਤੇ ਜਿੰਨੀ ਦੇਰ ਉਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇੱਥੇ ਬੈਠੇ ਹਾਂ। ਡਾਕਟਰ ਸਾਹਿਬ ਹੁਣ ਥੋੜਾ ਜਿਹਾ ਰੁਕ ਕਰਦੇ ਆ ਸਰਕਾਰਾਂ ਦੇ ਬਾਰੇ ਦੇ ਵਿੱਚ, ਜੋ ਇਹ ਕਾਨੂੰਨ ਲੈ ਕੇ ਆਈਆਂ ਨੇ। ਜੇ ਹੁਣ ਆਪਾਂ ਗੱਲਬਾਤ ਕਰੀਏ ਇਹਦੇ ਵਿੱਚ ਤੁਹਾਨੂੰ ਕਿੰਨਾ ਕੁ ਲੱਗਦਾ ਹੈ ਵੀ ਜਦੋਂ ਕਾਨੂੰਨ ਬਣਾਏ ਗਏ, ਕਿਉਂਕਿ ਭਾਜਪਾ ਸਰਕਾਰ ਇਹ ਕਹਿ ਰਹੀ ਹੈ ਇਹ ਸਾਰਾ ਕੁਝ ਮੌਜੂਦਾ ਜੇ ਹੁਣ ਕਾਂਗਰਸ ਦੀ ਸਰਕਾਰ ਹੈ, ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲਬਾਤ ਕਰੀਏ ਵੀ ਉਹਨਾਂ ਨੂੰ ਇਹ ਸਾਰਾ ਕੁਝ ਪਤਾ ਸੀ, ਇਹਨਾਂ ਦੀ ਸਲਾਹ ਇਹਨਾਂ ਨੂੰ ਦੱਸਿਆ ਗਿਆ, ਇਹਨਾਂ ਦੇ ਮੰਤਰੀ, ਕੋਈ ਖਜ਼ਾਨਾ ਮੰਤਰੀ, ਖੇਤੀਬਾੜੀ ਮੰਤਰੀ ਉਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ। ਭੁਪਿੰਦਰ, ਜਿੰਨੀ ਦੇਰ ਕਿਸਾਨਾਂ ਨੇ ਇਹ ਮੁੱਦਾ ਚੁੱਕਿਆ ਨਹੀਂ, ਜਿਸ ਦਿਨ ਇਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਉਹਨਾਂ ਕਾਗਜ਼ਾਂ ਤੇ ਦਸਤਖਤ ਕਰਿਆ ਜਦੋਂ ਉਹ ਦਸਤਖਤ ਕਰ ਰਹੇ ਸੀ, ਮੈਨੂੰ ਹੁਣ ਨਾਂ ਨਹੀਂ ਯਾਦ ਉਸ ਮੰਤਰੀ ਦਾ, ਖੇਤੀਬਾੜੀ ਵਣਜ ਮੰਤਰੀ ਸੀ, ਉਹ ਬੈਠੇ ਨੇ ਯੂਰਪ ਦੇ ਕਿਸੇ ਸ਼ਹਿਰ 'ਚ ਮੀਟਿੰਗ ਹੋ ਰਹੀ ਹੈ, ਤੇ ਅਮਰੀਕਾ ਦਾ ਪ੍ਰਧਾਨ ਮਨਮੋਹਨ ਸਿੰਘ ਨੂੰ ਟੈਲੀਫੋਨ ਕਰਦਾ ਵੀ ਤੇਰਾ ਮੰਤਰੀ ਦਸਤਖਤ ਨਹੀਂ ਕਰਦਾ, ਤੇ ਉਹਨੂੰ ਕਹਿ ਤੂੰ ਦਸਤਖਤ ਕਰੇ। ਮਨਮੋਹਨ ਸਿੰਘ ਨੂੰ ਦਸਤਖਤ ਕਰੇ, ਉਹ ਕਹਿੰਦਾ ਮੈਂ ਡੈਥ ਵਾਰੰਟ ਤੇ ਮੈਂ ਦਸਤਖਤ ਨਹੀਂ ਕਰਨਾ, ਮੰਤਰੀ ਬਦਲ ਦੇ। ਅੱਛਾ ਜੀ, ਉਹ ਦਸਤਖਤ ਨਹੀਂ ਕਰਕੇ ਆਇਆ। ਉਸ ਤੋਂ ਬਾਅਦ ਫਿਰ 2-3 ਮੀਟਿੰਗਾਂ 3-4 ਸਾਲ ਇਦਾਂ ਹੀ ਚੱਲਦਾ ਰਿਹਾ। ਅਖੀਰ 'ਚ ਹੁਣ ਮੇਰੇ ਯਾਦ ਨਹੀਂ ਜਿਹੜਾ ਕਰਕੇ ਆਇਆ ਦਸਤਖਤ, ਤੇ ਉਹਦਾ ਕਹਿਣਾ ਇਹ ਸੀਗਾ ਕਿ ਸਾਡੇ ਨਾਲ ਇਸ ਮੁੱਦੇ ਦੇ ਉੱਤੇ ਚੀਨ ਤੇ ਬ੍ਰਾਜ਼ੀਲ ਰਹੇ ਸੀ, ਜਦੋਂ ਉਹ ਵੀ ਚਲੇ ਗਏ ਸਾਡੇ ਕੋਲ ਕੋਈ ਹੋਰ ਢੰਗ ਨਹੀਂ ਬਚਿਆ, ਸਾਨੂੰ ਦਸਤਖਤ ਕਰਨੇ ਪੈਣੇ ਸੀ। ਪਰ ਉਹ ਕਹਿੰਦੇ ਇੱਥੇ ਗੱਲ ਇਹ ਹੈ ਕਿ ਦੁਨੀਆ ਨੇ ਬਹੁਤ ਕੁਝ ਦੇਖਿਆ। ਆ ਛੋਟਾ ਜਿਹਾ ਦੇਸ਼ ਹੈ ਕਿਊਬਾ ਛੋਟਾ ਜਿਹਾ ਦੇਸ਼ ਹੈ, ਉਹਦੇ ਆਲੇ ਦੁਆਲੇ ਜਿਹੜੀ ਸਭ ਤੋਂ ਵੱਡਾ ਦੇਸ਼ ਅਮਰੀਕਾ ਹੈ, ਉਹਦਾ ਪੱਕਾ ਦੁਸ਼ਮਣ ਹੈ। ਉਹਨੇ ਚਾਰੇ ਪਾਸੋਂ ਉਹਨੂੰ ਬੰਦ ਕਰਿਆ ਹੋਇਆ, ਕਿਊਬਾ ਨੂੰ। ਉਹਨੂੰ ਕੁਝ ਨਹੀਂ ਲੈਣ ਦਿੰਦਾ, ਕਿਸੇ ਹੋਰ ਤੋਂ ਨਹੀਂ ਲੈਣ ਦਿੰਦਾ। ਥੋੜਾ ਬਹੁਤਾ ਪਹਿਲਾਂ ਰੂਸ ਦਿੰਦਾ ਸੀ, ਰੂਸੀ ਤੋਂ ਥੱਲੇ ਬੈਠ ਗਿਆ, ਉਦੋਂ ਕੁਝ ਉੱਥੇ ਮੈਂ ਉੱਥੇ ਵੀ ਜਾ ਕੇ ਆਇਆ। ਹੁਣ ਉਹ ਲੋਕ ਖੁਸ਼ ਨੇ, ਉਹ ਲੋਕ ਆਪਦਾ ਗੁਜ਼ਾਰਾ ਜਾਇਜ਼ਾ ਔਖਾ ਸੌਖਾ ਕਰ ਰਹੇ ਨੇ। ਹੁਣ ਜੇ ਇਦਾਂ ਹੀ ਤੁਹਾਨੂੰ ਮੁਸ਼ਕਲ ਆ ਗਿਆ, ਤੁਸੀਂ ਸਿਰਫ ਵਪਾਰੀਆਂ ਦੇ ਹੱਕ ਪਿੱਛੇ ਕਿਸਾਨੀ ਨੂੰ ਦਾਅ ਤੇ ਲਾਇਆ ਏ, ਤੇ ਫਿਰ ਤੁਸੀਂ ਤਾਂ ਕਿਸਾਨ ਨੂੰ ਤਾਂ ਉਸੇ ਦਿਨ ਹੀ ਆਪਦੇ ਵੱਲੋਂ ਛੇਕਤਾ ਨਾ। ਹੁਣ ਤਾਂ ਇਹ ਹੈਗਾ ਕਿ ਸਿਰਫ ਉਸ ਦਸਤਖਤ ਦੇ ਮਜਬੂਰੀ ਦੇ ਵਿੱਚ ਜੋ ਕੁਝ ਤੁਸੀਂ ਕਰ ਰਹੇ ਹੋ, ਉਹ ਕਰਦੇ ਗੱਲ ਤਾਂ ਕਿੰਨਾ ਕੁ ਛੇਤੀ ਕਰਦੇ ਹੋ। ਵੈਸੇ ਤਾਂ ਭੁਪਿੰਦਰ, ਜਿਹੜੀ ਉਹ ਮੈਂ ਪਹਿਲਾਂ ਗੱਲ ਕਰੀ ਸੀ ਕਿ ਮਕਸਦ ਕੀ ਹੈ, ਮਕਸਦ ਇਹ ਹੈ ਕਿ ਇਹ ਸਰਮਾਏਦਾਰੀ ਇਹ ਕਹਿੰਦੀ ਹੈ ਕਿ ਦੇਖੋ ਆਹ ਜਿਹੜੇ ਸਾਡੇ ਦੇਸ਼ ਨੇ, ਇਹਨਾਂ ਦੇ ਵਿੱਚ ਅਸੀਂ ਉਦੋਂ ਵੱਡੀ ਖੇਤੀ ਕਰਦੇ ਹਾਂ, ਇੱਥੇ ਹਰ ਇੱਕ ਖੇਤੀ 'ਚ ਸਾਡੇ ਸਾਰੀ ਗਿਣਤੀ ਦੇ ਵਿੱਚੋਂ 3-4% ਲੋਕ ਨੇ ਕਿਸਾਨ, ਤੇ ਸਾਰੀ ਖੇਤੀ ਵਧੀਆ ਹੋਈ ਜਾਂਦੀ ਹੈ। ਆ ਤੁਹਾਡੇ ਪਿੰਡਾਂ 'ਚ 50-57% ਬੈਠੇ ਕੀ ਕਰੀ ਜਾਂਦੇ ਨੇ? ਇਹ ਅਸਲ ਤਾਂ ਹੈ ਕਿ ਉਹਨਾਂ ਨੂੰ ਤੱਕੋ ਉੱਥੋਂ। ਹੁਣ ਉਹਨਾਂ ਨੂੰ ਤੱਕੋ ਦੇ ਵਿੱਚ ਗੱਲ ਇਹ ਹੈ ਕਿ ਮੈਂ ਇਹ ਗੱਲ ਕਰਦਾ ਹੁੰਦਾ ਕਿ ਦੇਖੋ ਜਦੋਂ ਠੀਕ ਹੈ ਤੁਹਾਡੇ ਵੀ 70% ਤੋਂ 2-4% ਦੇ ਉੱਤੇ ਕਿਸਾਨ ਆਏ ਨੇ, ਪਰ ਜਦੋਂ ਤੁਹਾਡੇ ਕਿਸਾਨਾਂ ਦੀ ਗਿਣਤੀ ਘਟੀ ਹੈ, ਉਹਨਾਂ ਮੂਹਰੇ ਕੀ ਸੀ? ਉਹਨਾਂ ਨੂੰ ਜਦੋਂ ਪਿੰਡ 'ਚੋਂ ਆਉਂਦੇ ਸੀ, ਉਹਨਾਂ ਦੇ ਸਾਹਮਣੇ ਕਾਰਖਾਨੇ ਸੀ, ਉੱਥੋਂ ਆਉਂਦੇ ਸੀ ਕਾਰਖਾਨੇ, ਘੱਟ ਤੋਂ ਘੱਟ ਉਹਨਾਂ ਨੂੰ ਰੋਟੀ ਤਾਂ ਮਿਲਦੀ ਸੀ। ਜੇ ਤੁਸੀਂ ਫਿਰ ਵੀ ਯੂਰਪ ਦੇ ਵਿੱਚੋਂ ਬੰਦੇ ਕੱਢੇ, ਜੇ ਯੂਰਪ 'ਚੋਂ ਉਹ 100 ਕਿੱਲਾ ਛੱਡ ਕੇ ਆਉਂਦਾ ਸੀ ਤਾਂ ਕੈਨੇਡਾ ਦੇ ਵਿੱਚ ਆ ਕੇ ਉਹਨੂੰ ਕਹਿੰਦੇ ਸੀ 2000 ਲੈ ਲਾ ਜਾ। ਉਦੋਂ ਕਿਸਾਨ ਉੱਥੋਂ ਇੱਧਰ ਨੂੰ ਆਏ, ਉਹ ਤਰੀਕਾ ਸੀਗਾ। ਹੁਣ ਜਿਹੜਾ ਤਰੀਕਾ ਅਪਣਾਇਆ ਹੋਇਆ ਉਹਦੇ ਨਾਲ ਟੱਕ ਰਹੇ ਹੋ, ਮਜਬੂਰ ਕਰ ਰਹੇ ਹੋ ਕਿਸਾਨਾਂ ਨੂੰ, ਤੇ ਗਾਂ ਉਹਨਾਂ ਵਾਸਤੇ ਥਾਂ ਕੋਈ ਨਹੀਂ, ਗਾਂ ਕੋਈ ਰੁਜ਼ਗਾਰ ਕੋਈ ਨਹੀਂ। ਦੇਖ ਇਹੋ ਹੀ ਗੱਲ ਚੀਨ ਦੇ ਵਿੱਚ ਚੱਲ ਰਹੀ ਹੈ। ਚੀਨ ਦੇ ਵਿੱਚ ਜਿਹੜੀ ਚੱਲ ਰਹੀ ਹੈ ਉਹ ਇਸ ਨੂੰ ਉੱਥੇ ਸਟੇਟ ਕੈਪੀਟਲਿਜ਼ਮ ਸ਼ਬਦ ਵਰਤ ਸਕਦੇ ਕਿ ਹੈ ਇਹ ਸਰਮਾਏਦਾਰੀ ਹੋਈ, ਪਰ ਉਹਦੀ ਕਮਿਊਨਿਸਟ ਪਾਰਟੀ ਉੱਤੇ ਬੈਠੀ ਹੈ।
ਉਹ ਪਿੰਡਾਂ 'ਚੋਂ ਸਿਰਫ ਉਨੇ ਹੀ ਬੰਦਿਆਂ ਨੂੰ ਪਰਮਿਟ ਦਿੰਦੀ ਹੈ ਜੀ। ਜਿਨ੍ਹਾਂ ਨੂੰ ਗਾਹਾਂ ਰੁਜ਼ਗਾਰ ਮਿਲ ਸਕਦਾ ਮਿਲ ਹੈ। ਸਕਦਾ। ਉਹਨਾਂ ਨੂੰ ਲਿਆ ਕੇ ਝੁੱਗੀਆਂ ਚੌਂਕੜੀਆਂ 'ਚ ਨਹੀਂ ਵੜਨ ਦਿੰਦੀ ਜੀ। ਉਹਨਾਂ ਵਾਸਤੇ ਪਹਿਲਾਂ ਸਾਰਾ ਇੰਤਜ਼ਾਮ ਕਰਕੇ ਰਹਿਣ ਖਾਣ ਸਹਿਣ ਖਾਣ ਪੀਣ ਦਾ ਇੰਤਜ਼ਾਮ ਕਰਕੇ ਉਹਨੇ ਕੁ ਬੰਦਿਆਂ ਨੂੰ ਪਿੰਡ ਉਹ ਜਿਹੜੀ ਉਹੀ ਗੱਲ ਕਰ ਰਹੇ ਨੇ ਜੀ। ਪਰ ਉਸ ਰਫਤਾਰ ਨਾਲ ਕਰ ਰਹੇ ਨੇ ਜੀ। ਕਿ ਆਮ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਬਿਲਕੁਲ ਨਰਕ ਨਾ ਬਣੇ ਜੀ। ਇਹ ਜਿਹੜਾ ਸਿਲਸਿਲਾ ਚੱਲ ਰਿਹਾ ਹੁਣ ਇਹਨਾਂ ਤਿੰਨਾਂ ਪਰ ਹੁਣ ਜੇ ਆਪਾਂ ਉਹ ਤਾਂ ਸੋਚ ਲੈਂਦੇ ਨੇ ਵੀ ਇਹ ਨਰਕ ਨਾ ਬਣੇ। ਹੁਣ ਆਪਾਂ ਜਦੇ ਆਪਾਂ ਯੂ ਟਰਨ ਮਾਰਦੇ ਆ ਆਪਣੇ ਜਿਹੜਾ ਆਪਣੇ ਇਹਦੇ ਦੇਸ਼ ਦੀ ਗੱਲ ਕਰੀਏ, ਭਾਰਤ ਦੀ ਗੱਲਬਾਤ ਕਰ ਰਹੇ ਆ, ਇਹ ਹੁਣ ਕੀ ਇਹਨਾਂ ਦਾ ਕੀ ਰੁਖ? ਇਹਨਾਂ ਨੂੰ ਭੁਪਿੰਦਰ ਆਮ ਲੋਕਾਂ ਨਾਲ ਮਤਲਬ ਹੀ ਕੋਈ ਨਹੀਂ ਜੀ। ਉਹ ਕਿਵੇਂ ਰਹਿੰਦੇ ਨੇ ਉਹਨਾਂ ਜਿਹੜੇ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖੀਏ ਜਿਹੜੀ ਇਸ ਮੈਂ ਇਹ ਕਹਿਣਾ ਕਿ ਇਸ ਜਿਹੜਾ ਸੰਘਰਸ਼ ਹੈ ਉਹਦੀ ਜਿੱਤ ਹੋਵੇ ਜਾਂ ਹਾਰ ਹੋਵੇ ਜੀ। ਲੋਕਾਂ ਦੀ ਜਿੱਤ ਤਾਂ ਹੋ ਚੁੱਕੀ ਹੈ। ਉਹ ਇਸ ਕਰਕੇ ਕਿ ਜਿਹੜੇ ਐਡੇ ਲੰਮੇ ਸਮੇਂ ਤੱਕ ਇਹ ਉੱਥੇ ਬੈਠੇ ਨੇ ਉੱਥੇ ਲੀਡਰਾਂ ਦੀਆਂ ਗੱਲਾਂ ਸੁਣਦੇ ਨੇ, ਉਹ ਇਹਨਾਂ ਨੂੰ ਸੱਚੀਆਂ ਸੱਚੀਆਂ ਸੁਣਾਉਂਦੇ ਨੇ, ਸਰਕਾਰਾਂ ਕੀ ਨੇ ਉਹਨਾਂ ਬਾਰੇ ਸਮਝਾਉਂਦੇ ਨੇ। ਇਹ ਤਾਂ ਹੁਣ ਇੱਕ ਕਿਸਮ ਦੇ ਰੌਸ਼ਨ ਹੋ ਕੇ ਇੱਕ ਰੌਸ਼ਨ ਚਿਰਾਗ ਹੋ ਕੇ ਚੱਲੇ ਨੇ ਉਹਨਾਂ ਪਿੰਡਾਂ ਜਾ ਕੇ ਫਿਰ ਇਹਨਾਂ ਨੇ ਕਹਾ ਰੌਸ਼ਨੀ ਵੰਡਣੀ ਹੈ ਜੀ। ਹੁਣ ਉੱਥੇ ਜਦੋਂ ਉਹ ਕਹਿੰਦੇ ਨੇ ਕਿ ਜਿਹੜੀ ਆਪਾਂ ਕਹ ਲਈਏ ਕਿ ਲੀਡਰ ਇਹ ਕਹਿੰਦਾ ਹੈਗਾ ਕਿ ਭਰਾਵੋ ਆਪਣੀ ਲੜਾਈ ਬਹੁਤ ਲੰਬੀ ਹੈ, ਆਪਣੀ ਲੜਾਈ ਇਹਨਾਂ 3 ਕਾਨੂੰਨਾਂ ਤੱਕ ਹੀ ਸੀਮਤ ਨਹੀਂ ਹੈ ਜੀ। ਆਪਾਂ ਤਾਂ ਇਹਨਾਂ ਨੂੰ ਇਹ ਪੁੱਛਣਾ ਹੈ ਕਿ ਸਾਡਾ ਕੋਲਾ ਕਿੱਧਰ ਗਿਆ ਜੀ, ਸਾਡਾ ਲੋਹਾ ਕਿੱਧਰ ਗਿਆ ਜੀ, ਸਾਡਾ ਤਾਂਬਾ ਕਿੱਧਰ ਗਿਆ ਜੀ, ਇਹ ਮੇਰੇ ਪਿੰਡਾਂ ਦੇ ਇਹ ਮੇਰੇ ਛੋਟੇ ਸ਼ਹਿਰਾਂ ਦੇ ਸਕੂਲ ਕਿੱਧਰ ਗਏ, ਉਹ ਤੁਸੀਂ ਕਿਉਂ ਖੋਲੇ ਸਾਥੋਂ, ਉਹ ਕਿਵੇਂ ਦਿਓਗੇ ਵਾਪਸ, ਇਹ ਸਾਡੇ ਹਸਪਤਾਲਾਂ ਦੀਆਂ ਸਹੂਲਤਾਂ ਕਿੱਧਰ ਗਈਆਂ। ਸੋ ਇਹ ਜਿਹੜੇ ਸਵਾਲ ਨੇ, ਸੋ ਕਹਿਣ ਦਾ ਮਤਲਬ ਜਿਹੜਾ ਲੋਕਾਂ ਦੇ ਦਿਮਾਗ ਦੇ ਉੱਤੇ ਜਾਲਾ ਪਿਆ ਹੋਇਆ ਸੀਗਾ, ਜਿਹੜੇ ਆਪਣੇ ਮੇਨ ਮੁੱਦਿਆਂ ਤੋਂ ਭਟਕੇ ਹੋਏ ਸੀ, ਸਰਕਾਰਾਂ ਨੇ ਭਟਕਾਏ ਹੋਏ ਸੀਗੇ। ਸੋ ਇਸ ਸੰਘਰਸ਼ ਨੇ ਐਦਾਂ ਦਾ ਇੱਕ ਇੱਥੇ ਦਾ ਆਪਾਂ ਝਾੜੂ ਨੂੰ ਬਰੂਮ ਕਹਿ ਦਿੰਦੇ ਆ ਨਾ, ਉਹ ਸਾਫ਼ ਝਾੜੂ ਕਰਤਾ। ਸੋ ਉਹਨਾਂ ਨੂੰ ਹੁਣ ਆਪਣੇ ਜਿਹੜੇ ਪੁਰਾਣੇ ਮੁੱਦੇ ਵੀ ਨੇ ਉਹ ਦੇਖਣ ਲੱਗ ਪਏ। ਸੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਭੁਪਿੰਦਰ ਸਿੰਘ ਖਮਾਣੋ ਸ਼ੋਅ। ਸੋ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਕਿਸਾਨੀ ਮੁੱਦਿਆਂ ਦੇ ਉੱਤੇ ਜਾਂ ਫਿਰ ਇੰਟਰਨੈਸ਼ਨਲ ਮੰਡੀ ਜਿਹੜੀ ਸਰਮਾਏਦਾਰੀ ਪ੍ਰਥਾ ਦੇ ਉੱਤੇ ਜਿਹੜੀ ਅੱਜ ਗੱਲਬਾਤ ਡਾਕਟਰ ਬਲਜਿੰਦਰ ਸਿੰਘ ਉਹਨਾਂ ਦੇ ਨਾਲ ਚੱਲ ਰਹੀ ਹੈ। ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਪ੍ਰੋਗਰਾਮ ਦੇ ਜਿਹੜਾ ਹੁਣ ਆਪਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲਵਾਂਗੇ। ਸੋ ਕਿਤੇ ਨਹੀਂ ਜਾਣਾ, ਟਿਊਨ ਇਨ ਰੱਖਣਾ ਸਫਰ ਟੀਵੀ ਨੂੰ। ਤੁਸੀਂ ਦੇਖ ਰਹੇ ਹੋ ਭੁਪਿੰਦਰ ਸਿੰਘ ਖਮਾਣੋ। ਸੋ ਮੁੜਦੇ ਆ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ब्रेक तो बाद फिर हाजिर है। तुसी देख रहे हो सफर टीवी और सफर टीवी दे उत्ते मैं तुहाडा होस्ट भुपिंदर सिंह खमाणो। तुसी देख रहे हो भुपिंदर सिंह खमाणो शो। सो साडे नाल अज स्टूडियो दे विच हाजिर ने डॉक्टर बलजिंदर सिंह होरी। डॉक्टर साहब ਆਪਾਂ ਅੰਤਰਰਾਸ਼ਟਰੀ ਮੰਡੀ ਦੀ ਗੱਲਬਾਤ ਕੀਤੀ, ਕਿੱਦਾਂ ਪੁਰਾਣੇ ਸਮੇਂ ਤੋਂ ਲੈ ਕੇ ਜਿਹੜੇ ਆ ਪੂਰੀ ਦੁਨੀਆ ਦੇ ਵਿੱਚੋਂ ਸਰਮਾਏਦਾਰ ਲੋਕ ਜਿਹੜੇ ਜ਼ਮੀਨਾਂ ਹੜੱਪੀਆਂ ਬਿਜ਼ਨਸ ਆਪਣੇ ਹੱਥ ਦੇ ਵਿੱਚ ਲੈ ਕੇ ਆਂਦਾ। ਸੋ ਹੁਣ ਜਿਹੜੀ ਗੱਲਬਾਤ ਕਰਦੇ ਆ ਕਿਸਾਨ ਜਥੇਬੰਦੀਆਂ ਜੋ ਸੰਘਰਸ਼ ਕਰ ਰਹੀਆਂ ਨੇ, ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਗਿਣਤੀ ਚਾਹੇ ਆਪਾਂ ਉੱਥੇ 33 34 ਜਿੰਨੀ ਮਰਜ਼ੀ ਕਹਿ ਲਈਏ 40 ਕਹਿ ਲਈਏ, ਦੂਜੇ ਸਟੇਟ ਨੇ ਉਹਨਾਂ ਦੇ ਵੀ ਆ ਗਏ ਜੀ, ਉਹ ਸਾਰੇ ਦੇ ਸਾਰੇ ਹਣੇ ਹੋਏ ਲੀਡਰਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕੋਈ ਅੱਜ ਤੋਂ ਨਹੀਂ ਇਹ ਕੋਈ ਸੰਘਰਸ਼ ਕਰ ਰਹੀਆਂ ਜੀ। ਉਹ ਪਹਿਲਾਂ ਬਹੁਤ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਨੇ। ਉਹ ਛੋਟੇ ਛੋਟੇ ਸੰਘਰਸ਼ ਵੀ ਉਹਨਾਂ ਨੇ ਬੜੇ ਲੜੇ ਨੇ ਤੇ ਉਸ ਤੋਂ ਵੱਡੇ ਕਰਦੇ ਜਿਹੜਾ ਆਹ ਸੰਘਰਸ਼ ਹੈ ਜੀ, ਕਿਸਾਨ ਨੂੰ ਕਿਸੇ ਇੱਕ ਬੰਦੇ ਨੂੰ ਵੀ ਜਾਂ ਆਪਾਂ ਕਹਿ ਲਈਏ ਕਿਸੇ ਇੱਕ ਆਪਣੇ ਘਰ ਛੱਡ ਕੇ ਜੀ 1.5 ਮਹੀਨੇ ਤੋਂ ਵੱਧ ਬਿਠਾ ਕੇ ਰੱਖਣਾ ਤੇ ਹਜੇ ਉਹਨੂੰ ਇਹ ਕਹਿਣਾ ਕਿ ਫਿਕਰ ਨਾ ਕਰ ਆਪਾਂ ਜਿੱਤ ਕੇ ਜਾਵਾਂਗੇ ਜੀ, ਇਹ ਇੱਕ ਦਿਨ 'ਚ ਨਹੀਂ ਹੁੰਦਾ ਜੀ। ਇਹ ਬਹੁਤ ਲੰਮੇ ਸਮੇਂ ਦਾ ਬੜਾ ਲੰਮਾ ਪ੍ਰੋਸੈਸ ਹੈ ਜੀ। ਉਹਦੇ ਵਿੱਚੋਂ ਲੰਘ ਕੇ ਇਹ ਜਿਹੜੀਆਂ ਜਥੇਬੰਦੀਆਂ ਆਈਆਂ ਨੇ ਜਿਨ੍ਹਾਂ ਨੇ ਹੁਣ ਉਹਦੇ ਵਿੱਚੋਂ ਇਹ ਵੀ ਸੀ ਜੀ, ਜੇ ਜਥੇਬੰਦੀਆਂ ਦੇ ਲੀਡਰਾਂ ਨੂੰ ਇਹਨਾਂ ਗੱਲਾਂ ਦੀ ਸਿਆਣਪ ਨਾ ਹੁੰਦੀ ਜੀ, ਜਦੋਂ ਸਰਕਾਰ ਕਹਿੰਦੀ ਸੀਗੀ ਕਿ ਜੀ ਕੋਈ ਗੱਲ ਹੀ ਹੈ ਨਹੀਂ, ਆਹ ਨਿਰੰਕਾਰੀ ਜਿਹੜਾ ਮੈਦਾਨ ਹੈ ਉਹਦੇ 'ਚ ਆ ਜਾਓ ਜੀ, ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਨੇ ਫਿਰ ਸਾਨੂੰ ਕੀ ਪੁੱਛਣਾ ਜੀ, ਜੇ ਅਸੀਂ ਉੱਥੇ ਚਲੇ ਜਾਵਾਂਗੇ ਉਹਨਾਂ ਨੇ ਚਾਰੇ ਪਾਸੇ ਪੁਲਿਸ ਲਾ ਦੇਣੀ ਹੈ, ਨਾ ਬਾਹਰ ਨਿਕਲੋ ਨਾ ਅੰਦਰ ਬੈਠੋ, ਅਸੀਂ ਬੈਠੇ ਹਾਂ, ਅਸੀਂ ਦੁਖੀ ਹਾਂ ਤੇ ਸਰਕਾਰ ਖੁਸ਼ ਹੈ ਜੀ। ਉਹਨਾਂ ਨੇ ਉਹਦੀ ਥਾਂ ਦੇ ਉੱਤੇ ਸਰਕਾਰ ਦੇ ਗੱਲ ਮੜ ਕੇ ਕਿ ਅਸੀਂ ਤਾਂ ਕਿਤੇ ਹੋਰ ਥਾਂ ਜਾਣ ਨੂੰ ਤਿਆਰ ਸੀ ਜੀ, ਇਹਨਾਂ ਨੇ ਰੋਕਾਂ ਲਾਈਆਂ ਜੀ, ਇਹਨਾਂ ਨੇ ਸਾਨੂੰ ਇੱਥੇ ਰੋਕਿਆ। ਸ਼ੁਰੂਆਤ ਹਰਿਆਣੇ ਦੇ ਬਾਰਡਰ ਤੋਂ ਜਿੱਥੋਂ ਹੋਈ ਉਹ ਉੱਥੋਂ ਸ਼ੁਰੂ ਕਰੀ, ਉਦੋਂ ਗਾਂ ਦਿੱਲੀ ਦੇ ਉੱਤੇ ਜਿੱਥੇ ਖੜੇ ਨੇ ਉੱਥੇ ਵੀ ਇਹ ਕਹਿੰਦੇ ਸੀ ਵੀ ਸਾਨੂੰ ਤਾਂ ਜੰਤਰ ਮੰਤਰ ਤੇ ਜਾਣ ਦਿਓ, ਸਾਨੂੰ ਫਲਾਣੇ ਥਾਂ ਤੇ ਜਾਣ ਦਿਓ ਜੀ। ਉਦੋਂ ਦਿੱਲੀ
ਆਪਾਂ ਕਹੀਏ ਜੇ ਕੇਂਦਰ ਸਰਕਾਰ ਨੇ ਉੱਥੇ ਰੋਕਿਆ ਇਹਨਾਂ ਨੂੰ ਜੀ। ਸੋ ਅੱਡ ਥਾਵਾਂ ਤੇ ਰੋਕਿਆ ਜੀ। ਜਿੱਥੇ ਰੁਕ ਗਿਆ ਉੱਥੇ ਬੈਠ ਗਏ ਉਹ ਬੈਠ ਗਏ ਦਾ ਜਿਹੜੀ ਇਹ ਕਰੀਏ ਆਪਾਂ ਇੱਕ ਪੈਂਤੜਾ ਕਹਿ ਲਓ ਜੀ। ਇਹ ਪੈਂਤੜਾ ਸਰਕਾਰ ਨੂੰ ਥੋੜਾ ਬਹੁਤਾ ਦਰਦ ਕਰਦਾ ਹੈ ਜੀ। ਜੇ ਕਿਤੇ ਜੀ ਆਮ ਜਿਹੜੀ ਲੀਡਰਸ਼ਿਪ ਕਹਿੰਦੀ ਵੀ ਆਪਾਂ ਜਾਣਾ ਹੀ ਹੈ ਕਿ ਤਾਂ ਇਕੱਠ ਹੋਣਾ, ਇਕੱਠ ਕਰਕੇ ਆਪਾਂ ਦਿਖਾਉਣਾ ਹੀ ਹੈ ਜੀ। ਤੇ ਉੱਥੇ ਜਾ ਕੇ ਬੈਠ ਜਾਂਦੀ ਕਿਹਨੇ ਪੁੱਛਣਾ ਜੀ। ਜੇ ਅੱਜ ਸਰਕਾਰ ਪੁੱਛਦੀ ਹੈ ਤਾਂ ਇਸ ਕਰਕੇ ਪੁੱਛਦੀ ਹੈ ਕਿ ਜੀ ਹਰ ਰੋਜ਼ 750 ਕਰੋੜ ਦਾ ਨੁਕਸਾਨ ਹੋ ਰਿਹਾ ਜੀ। ਕਾਹਦਾ ਜੀ? ਜੀ। ਕਿਉਂਕਿ ਸੜਕਾਂ ਰੁਕੀਆਂ ਪਈਆਂ ਨੇ ਜੀ। ਜਿਹੜਾ ਇੱਧਰ ਵਪਾਰ ਹੋਣਾ, ਜਿਹੜਾ ਇੱਧਰੋਂ ਇੱਧਰ ਚੀਜ਼ਾਂ ਜਾ ਕੇ ਕੋਈ ਆਪਾਂ ਕਹ ਲਈ ਮੈਨੂਫੈਕਚਰਿੰਗ ਹੋਣੀਆਂ, ਚੀਜ਼ਾਂ ਨਵੀਆਂ ਬਣਨੀਆਂ, ਕਸਟਮਰ ਤੱਕ ਪਹੁੰਚਣੀਆਂ, ਉਹ ਸਾਰੀਆਂ ਗੱਲਾਂ ਦਾ ਫਰਕ ਪੈਂਦਾ ਜੀ। ਸੋ ਉਹ ਜਿਹੜੀਆਂ ਗੱਲਾਂ ਜੋ ਇਹਨਾਂ ਦੇ ਉੱਥੇ ਬੈਠਣ ਨਾਲ ਕਿਸਾਨਾਂ ਨੂੰ ਤਕਲੀਫ ਹੋ ਰਹੀ ਹੈ, ਸਰਕਾਰ ਨੂੰ ਵੀ ਉਸ ਦੀ ਤਕਲੀਫ ਹੈ। ਦੇਖੋ ਡਾਕਟਰ ਸਾਹਿਬ, ਸਰਕਾਰ ਨੂੰ ਘਾਟਾ ਦਿਖ ਰਿਹਾ ਹੈ। ਜੇ ਆਪਾਂ ਗੱਲਬਾਤ ਕਰੀਏ 60 ਤੋਂ ਵੱਧ, ਮੈਨੂੰ ਕੋਈ ਹਿਚਕਚਾਹਟ ਨਹੀਂ ਹੈਗੀ। ਸੋ ਲਾਈਵ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ, ਜੋ ਉੱਥੇ ਮੌਤਾਂ ਹੋਈਆਂ, ਮੈਂ ਸ਼ਹੀਦ ਦਾ ਦਰਜਾ ਦਿੰਦਾ ਉਹਨਾਂ ਨੂੰ। ਉਹਨਾਂ ਦੇ ਵਿੱਚ ਬੱਚੇ ਹੈ, ਨੌਜਵਾਨ ਹੈ, ਬਜ਼ੁਰਗ ਹੈ, ਸਾਡੀਆਂ ਮਾਤਾਵਾਂ ਵੀ ਨੇ। ਉਹਨਾਂ ਨੂੰ ਉਹ 60 ਤੋਂ ਵੱਧ ਲਾਸ਼ਾਂ ਨਹੀਂ ਦਿਖਦੀਆਂ ਹੈਗੀਆਂ ਉੱਥੇ। 70 ਤੋਂ ਵੀ ਵੱਧ, ਜਿਹੜੀ 70 ਦੇ ਨੇੜ ਜਿਹੜੇ ਲੇਟੈਸਟ ਹੁਣ ਪਹੁੰਚ ਚੁੱਕੀਆਂ ਨੇ, ਸ਼ਹੀਦ ਹੋ ਗਏ ਲੋਕ ਉੱਥੇ। ਪਰ ਉਹ ਤਾਂ ਡਾਕਟਰ ਸਾਹਿਬ ਦੇਖੋ, ਉਹ ਤਾਂ ਆਪਣਾ ਜਿਹੜਾ 26 ਜਨਵਰੀ ਦਾ ਜਸ਼ਨ ਮਨਾਉਣਾ ਹੈ, ਉਹਦੇ ਵਿੱਚ ਰੁੱਝੇ ਹੋਏ ਨੇ। ਦੇਖੋ ਉਹਦੇ 'ਚ ਵੀ ਰੁੱਝੇ ਨੇ। ਦੂਜੇ ਪਾਸੇ ਜੇ ਉਹਨਾਂ ਨੂੰ ਕੋਈ ਖਤਰਾ ਜਾਂ ਗੱਲਾਂ ਦਿਸਦੀਆਂ ਨੇ, ਉਹ ਤਾਂ ਇਹ ਕਹਿੰਦੇ ਨੇ ਮੁਕੇਸ਼ ਅੰਬਾਨੀ ਦੀ ਜਾਇਦਾਦ 90 ਅਰਬ ਤੋਂ ਘਟ ਕੇ 60 ਅਰਬ ਹੋ ਗਈ। ਉਹ ਦਿਖ ਰਿਹਾ ਉਹ। ਪਰ ਦੂਜੇ ਪਾਸੇ ਇਹ ਦੇਖੋ ਜਿਹੜਾ ਇਹ ਜੋ ਕੁਝ ਕਰ ਰਹੇ ਹੋ ਜੀ, ਜਿਹੜੇ ਇੱਥੇ ਸਾਡੇ ਵੀਰ ਬੈਠੇ ਨੇ, ਪੰਜਾਬੀ ਬੈਠੇ ਨੇ, ਉਹਨਾਂ ਦੀ ਜ਼ਮੀਨਾਂ ਵੀ ਤਕਰੀਬਨ ਸਾਰਿਆਂ ਦੀਆਂ ਥੋੜੀਆਂ ਬਹੁਤੀਆਂ, ਕਿਉਂਕਿ ਅਗਲੇ ਮੁੱਦੇ ਤੇ ਮੈਂ ਇਹ ਤੇ ਹੀ ਆਉਣਾ ਸੀਗਾ। ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਦਾ ਮੁੱਲ ਘਟ ਰਿਹਾ, ਉਹਨਾਂ ਨੂੰ ਉਹ ਨਹੀਂ ਦਿਸਦਾ। ਉਹ ਨਹੀਂ ਦਿਸ ਰਿਹਾ ਹੈਗਾ। ਸਿਰਫ ਉਹ ਜਿਹੜੇ ਬੜੇ ਕਾਰਪੋਰੇਟ ਨੇ, ਜਿਹੜੇ ਬੜੇ ਘਰਾਣੇ ਨੇ, ਉਹਨਾਂ ਦੀਆਂ ਜਾਇਦਾਦਾਂ ਕਿੰਨੀਆਂ ਘਟ ਗਈਆਂ ਉਹਦੇ ਬਾਰੇ ਤਾਂ ਫਿਕਰਮੰਦੀ ਹੈਗੀ। ਉਹਦੀਆਂ ਫਿਕਰਾਂ ਵੀ ਆਉਂਦੀਆਂ ਨੇ, ਜੋ ਜੀ 6ਵੇਂ ਨੰਬਰ ਤੋਂ 10ਵੇਂ ਨੰਬਰ ਤੇ ਚਲਾ ਗਿਆ ਜੀ, ਉਹ ਆ ਹੋ ਗਿਆ ਜੀ, ਵਾਹ ਹੋ ਗਿਆ ਜੀ। ਪਰ ਇਹ ਜਿਹੜਾ ਸਿਲਸਿਲਾ ਇਹਨਾਂ ਨੇ ਚਲਾਇਆ ਹੋਇਆ, ਉਹਦੇ ਨਾਲ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਕਿੰਨਾ ਭੈੜਾ ਅਸਰ ਪੈ ਰਿਹਾ ਹੈ। ਕਿੰਨੇ ਲੋਕਾਂ ਦੀਆਂ ਜਾਇਦਾਦਾਂ ਆਪਾਂ ਕਹ ਲਈਏ ਜ਼ੀਰੋ ਹੁੰਦੀਆਂ ਜਾਣਗੀਆਂ। ਇਹ ਸਾਰੀਆਂ ਗੱਲਾਂ ਦਾ ਇਸ ਸਰਕਾਰ ਨੂੰ, ਜਿਹੜੀ ਆਪਾਂ ਕਹ ਲਈਏ ਭਾਰਤ ਦੇ ਵਿੱਚ ਰਾਜ ਕਰ ਰਹੀ ਪਾਰਟੀ ਖਾਸ ਤੌਰ ਦੇ ਉੱਤੇ, ਉਹਨੂੰ ਕੋਈ ਬੜਾ ਵੱਡਾ ਫਿਕਰ ਨਹੀਂ ਜੀ। ਡਾਕਟਰ ਸਾਹਿਬ, ਲੰਮਾ ਸਮਾਂ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਜੁੜੇ ਰਹੇ ਹੋ, ਉੱਥੇ ਪੜ੍ਹਾਇਆ ਵੀ ਆ। ਤੁਹਾਡੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਜਿਹੜਾ ਇਹ ਸੰਘਰਸ਼, ਜਿਹੜਾ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ, ਤੁਹਾਨੂੰ ਕਿਦਾਂ ਦਾ ਲੱਗਦਾ? ਭੁਪਿੰਦਰ, ਬਿਲਕੁਲ ਜਿਹੜਾ ਕੋਈ ਸੰਘਰਸ਼ ਚੱਲਦੇ ਨੇ, ਉਹ ਮਹੀਨਾ ਵੱਧ ਤੋਂ ਵੱਧ ਜਿਹੜੀ 15-20 ਦਿਨ ਮਹੀਨਾ ਐ ਤੱਕ ਜਿਹੜੀ ਮੋਗੇ ਦੀ ਐਡੀਸ਼ਨ 2-3 ਮਹੀਨੇ ਚੱਲਦੀ ਰਹੀ, ਪਰ ਉਹ ਐਡੀ ਦੂਰ ਆ ਕੇ ਨਹੀਂ ਲੜੀ। ਪੰਜਾਬ ਦੇ ਵਿੱਚ ਹੀ ਵਿਦਿਆਰਥੀ ਲੜ ਰਹੇ ਸੀਗੇ, ਉਹਨੂੰ ਵੀ ਸ਼ਾਂਤ ਨਹੀਂ ਰੱਖਿਆ ਜਾ ਸਕਿਆ ਵਾਲੀ ਦੇਰ ਤੱਕ, ਕਿਉਂਕਿ ਜਿਹੜੇ ਵਿਦਿਆਰਥੀ ਨੇ ਉਹ ਉਤੇਜਿਤ ਹੋ ਜਾਂਦੇ ਨੇ। ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇੰਨਾ ਚਿਰ ਹੋ ਗਿਆ ਸਾਨੂੰ ਰੌਲਾ ਪਾਉਂਦਾ, ਕੋਈ ਸੁਣਦੇ ਨਹੀਂ ਸਾਡੀ। ਇਹ ਜਿਹੜੀਆਂ ਗੱਲਾਂ ਨੇ, ਇਸ ਸੰਘਰਸ਼ ਦੇ ਲੀਡਰਾਂ ਨੇ, ਜਿਹੜੇ ਇਹਨਾਂ ਨੇ ਲੋਕ ਲਿਆਂਦੇ ਨੇ, ਕਿਸਾਨ ਲਿਆਂਦੇ ਨੇ, ਉਹਨਾਂ ਨੂੰ ਇਹ ਗੱਲ ਪੱਕੀ ਦਿਮਾਗ 'ਚ ਬਿਠਾ ਦਿੱਤੀ ਹੋਈ ਹੈ ਕਿ ਸਰਕਾਰ ਹਮੇਸ਼ਾ ਆਮ ਤੌਰ ਦੇ ਉੱਤੇ ਇਹੀ ਗੱਲ ਕਰਦੀ ਹੁੰਦੀ ਹੈ ਕਿ ਆਪਦੇ ਵਿੱਚ ਬੰਦੇ ਵਾੜ ਕੇ, ਉਹਨਾਂ ਤੋਂ ਹਿੱਸਾ ਕਰਵਾ ਕੇ, ਪੁਲਿਸ ਤੋਂ ਉਹਨਾਂ ਤੇ ਲਾਠੀਚਾਰਜ ਜਾਂ ਦੂਜਾ ਹੋਰ ਦਮਨ ਤਰੀਕੇ ਵਰਤਾ ਕੇ ਉਹਨੂੰ ਖਣਾਉਣ ਦੀ ਗੱਲ ਕਰਦੀ ਹੈ ਹਮੇਸ਼ਾ। ਆਪਾਂ ਇਹ ਗੱਲ ਕਰਨ ਨਹੀਂ ਦੇਣੀ। ਜਿਹੜੇ ਸਰਕਾਰ ਦੇ ਬੰਦੇ ਆਪਣੇ 'ਚ ਇਦਾਂ ਰਲ ਕੇ ਇਦਾਂ ਦੀ ਗਲਤ ਗੱਲ ਕਰ ਸਕਦੇ ਨੇ, ਉਹਨਾਂ ਨੂੰ ਵੜਨ ਨਹੀਂ ਦੇਣਾ। ਜੇ ਕੋਈ ਵੜ ਗਿਆ, ਉਹਨੂੰ ਪਛਾਣ ਕੇ ਕੱਢਣਾ, ਤੇ ਉਹ ਕਰ ਵੀ ਰਹੇ ਨੇ। ਕਿਉਂਕਿ ਡਾਕਟਰ ਸਾਹਿਬ, ਕਿਉਂਕਿ ਹੁਣ ਅਗਲਾ ਪੁਆਇੰਟ ਆ ਜਾਂਦਾ ਹੈ ਉੱਥੇ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ। ਜੇ ਇੱਥੇ ਦੀ ਗੱਲਬਾਤ ਕਰੀਏ ਦਰਸ਼ਕੋ, ਕੈਨੇਡਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਕਿਸਾਨਾਂ ਦੇ ਹੱਕ ਦੇ ਲਈ ਜਿਹੜੇ ਜੀ ਉਹ ਰੈਲੀਆਂ ਕੱਢੀਆਂ ਜਾਂਦੀਆਂ ਨੇ। ਕੋਵਿਡ ਨੋਰਮਸ ਨੂੰ ਮੱਦੇਨਜ਼ਰ ਰੱਖ ਕੇ ਸਾਰਾ ਕੁਝ ਕੀਤਾ ਜਾਂਦਾ ਹੈ, ਔਰ ਇੱਥੋਂ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਪੂਰੇ ਦਾ ਪੂਰਾ ਕਵਰੇਜ ਦਿੰਦਾ ਹੈ। ਸੋ ਉੱਥੇ ਦੇ ਮੀਡੀਆ ਦੀ ਗੱਲ ਕਰੀਏ ਜੀ ਭੁਪਿੰਦਰ, ਜਿਹੜੀਆਂ ਉੱਥੇ ਦੇ ਮੀਡੀਆ ਦੀਆਂ ਸਾਰੀਆਂ ਹੁਣ ਤਾਂ ਲੋਕਾਂ ਨੇ ਲਿਸਟਾਂ ਬਣਾਤੀਆਂ ਕਿ ਜੀ ਆਹ 20 ਚੈਨਲ ਇਹ ਅਬਾਨੀ ਦੇ ਨੇ, ਆਹ ਅਡਾਨੀ ਦੇ ਨੇ, ਆਹ ਫਲਾਣੇ ਬੜੇ ਘਰਾਣੇ ਦੇ ਨੇ। ਉਹ ਸਾਰੇ ਜਿਹੜਾ ਨਾ ਉੱਥੇ ਭੁਪਿੰਦਰ ਜਿਹੜਾ ਸਿਸਟਮ ਅੱਜ ਕੱਲ੍ਹ ਚੱਲ ਰਿਹਾ ਹੈ, ਕਿ ਸ਼ਬਦ ਨਵਾਂ ਆਇਆ ਹੋਇਆ, ਕਰੋਨੀ ਕੈਪੀਟਲਿਜ਼ਮ। ਸਮਾਜਵਾਦ ਦੀਆਂ ਵੀ ਕਿਸਮਾਂ ਬਣ ਗਈਆਂ। ਸਮਾਜਵਾਦ ਦੇ ਜਿਹੜੀ ਸਰਮਾਏਦਾਰੀ ਦੇ ਵਿੱਚ ਆਮ ਤੌਰ ਦੇ ਉੱਤੇ ਪਹਿਲਾਂ ਇਹ ਹੁੰਦਾ ਸੀ ਕਿ ਸਰਕਾਰ ਉੱਤੇ ਹੈ, ਜਿਹੜੇ ਵੱਡੇ ਘਰਾਣੇ ਨੇ ਉਹ ਥੱਲੇ ਆ ਗਏ ਅਮੀਰ, ਉਦੋਂ ਥੱਲੇ ਮੱਧ ਵਰਗ, ਉਦੋਂ ਥੱਲੇ ਗਰੀਬ, ਤੇ ਸਰਕਾਰ ਉਹਨਾਂ ਸਾਰਿਆਂ ਦੇ ਉੱਤੇ ਆਪਦੀਆਂ ਨੀਤੀਆਂ ਲਾਗੂ ਕਰਦੀ ਸੀ। ਜੇ ਚੀਨ ਦੀ ਸਰਕਾਰ ਇਸ ਤਰ੍ਹਾਂ ਦਾ ਸਿਸਟਮ ਉੱਥੇ ਹੈਗਾ ਜਿਹੜੀ ਅਮਰੀਕਾ ਦੀ ਵੀ ਆਪਾਂ ਲੈ ਲਈਏ, ਜੇ ਭਾਰਤ ਦੀ ਵੀ ਸਰਕਾਰ ਲੈ ਲਈਏ, ਹੁਣ ਉੱਥੇ ਕੀ ਹੋਇਆ? ਉੱਥੇ ਸਰਕਾਰ ਹੇਠਾਂ ਆ ਗਈ, ਵੱਡੇ ਘਰਾਣੇ ਉੱਤੇ ਚਲੇ ਗਏ।
ਵੱਡੇ ਘਰਾਣੇ ਦੱਸਦੇ ਆ ਸਰਕਾਰ ਨੂੰ ਕੀ ਕਰਨਾ। ਸਰਕਾਰ ਤਾਂ ਹੇਠਲਿਆਂ ਤੇ ਉਤਲੇ ਘਰਾਣਿਆਂ ਦਾ ਜਿਹੜਾ ਆਪਸ ਦੇ ਵਿੱਚ ਵਿਰੋਧ ਹੈ ਉਹਨੂੰ ਠੀਕ ਕਰਨ ਤੇ ਲੱਗੀ ਹੋਈ ਹੈ। ਤੇ ਇਹ ਜਿਹੜੀ ਹੁਣ ਸਰਕਾਰ ਖਾਸ ਤੌਰ ਦੇ ਉੱਤੇ ਬਣੀ ਹੈ ਉਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਨੇ, ਬਹੁਤ ਸਾਰੀਆਂ ਗੱਲਾਂ ਲਿਖੀਆਂ ਪਈਆਂ ਨੇਗੀਆਂ, ਬਹੁਤ ਸਾਰੇ ਟੈਲੀਵਿਜ਼ਨਾਂ ਦੇ ਉੱਤੇ ਪ੍ਰੂਫ ਪਏ ਨੇ ਸਭ ਕੋਲ। ਉਹ ਇਹ ਹੈਗਾ ਕਿ ਚੋਣਾਂ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਪੈਸੇ ਲਾਏ ਨੇ ਸੱਤਾ ਉਹਨਾਂ ਦੇ ਹੱਥ 'ਚ ਹੈ। ਸਰਕਾਰ ਦੇ ਕੁਝ ਨਹੀਂ ਬਸ, ਸਰਕਾਰ ਦੇ ਬਸ ਨਹੀਂ, ਉਹ ਜਿਵੇਂ ਚਾਹੁੰਦੇ ਨੇ ਉਵੇਂ ਕਰਵਾ ਰਹੇ ਨੇ ਜੀ। ਤੇ ਇਹ ਜਿਹੜੀ ਹੁਣ ਜਿਹੜੀ ਚੱਲ ਰਹੀ ਹੈ ਜਦੋਂ ਸੰਘਰਸ਼ ਚੱਲ ਰਿਹਾ ਉਹਦੇ 'ਚ ਵੀ ਬਾਰ-ਬਾਰ ਇਹੀ ਗੱਲ ਆਉਂਦੀ ਹੈ ਕਿ ਸਰਕਾਰ ਮੰਨਦੀ ਕਿਉਂ ਨਹੀਂ, ਸਰਕਾਰ ਮੰਨਦੀ ਕਿਉਂ ਨਹੀਂ। ਕਈ ਵਾਰ ਬਾਹਰ ਆ ਕੇ ਕੁਝ ਕਿਸਾਨ ਲੀਡਰ ਇਹ ਵੀ ਕਹਿੰਦੇ ਨੇ ਕਿ ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲੀ ਜਿਹਦੇ ਵਿੱਚੋਂ ਇਹ ਗੱਲ ਸੰਕੇਤ ਹੁੰਦੀ ਹੈ ਕਿ ਜੀ ਤੁਸੀਂ ਜੇ ਅਸੀਂ ਐਂ ਕਰਤਾ ਤਾਂ ਉਹ ਸਾਡੇ ਗੱਲ ਪੈ ਜਾਣਗੇ। ਉਹ ਕੌਣ ਨੇ ਪਤਾ ਹੀ ਹੈ ਜੀ। ਇੱਕ ਸ਼ਬਦ ਚਲੋ ਇਹ ਚ ਕਹਿਣ ਦੀ ਹਿਚਕਚਾਹਟ ਨਹੀਂ ਵੀ ਆਕਾ ਜੋ ਬੈਠੇ ਨੇ ਸੋ ਉਹਨਾਂ ਦੀ ਮੰਨੀ ਜਾਣੀ ਹੈ। ਪਰ ਹੁਣ ਗੱਲ ਮੁੱਦਾ ਇਹ ਆ ਜਾਂਦਾ ਹੈ 1.5 ਮਹੀਨੇ ਦੇ ਉੱਤੇ ਹੋ ਗਿਆ ਸੰਘਰਸ਼ ਨੂੰ ਚੱਲਦੇ ਹੋਏ, ਕੀ ਲੱਗਦਾ ਹੈ ਜਿੱਤ, ਕਿਉਂਕਿ ਮੈਂ ਨਿਰਾਸ਼ਾਵਾਦੀ ਕਦੇ ਗੱਲ ਨਹੀਂ ਕਰੂੰਗਾ, ਜਿੱਤ ਯਕੀਨੀ ਮੰਨੀ ਜਾਏ ਜਾਂ ਕਿੱਦਾਂ? ਪਿੰਦਰ ਦੇਖੋ ਸਮਾਂ ਤਾਂ ਲੱਗ ਸਕਦਾ ਹੈ ਜੇ ਲੋਕ ਇਦਾਂ ਸ਼ਾਂਤ ਬੈਠੇ ਰਹੇ ਜੀ, ਜੇ ਲੀਡਰਸ਼ਿਪ ਇਸੇ ਸੇਧ ਦੇ ਵਿੱਚ ਚੱਲਦੀ ਰਹੀ ਜੀ ਤਾਂ ਜਿੱਤ ਤਾਂ ਹੁੰਦੀ ਹੈ। ਜਿੱਤ ਤਾਂ ਅੱਜ ਵੀ ਹੈ, ਮੈਂ ਤਾਂ ਕਹਿੰਦਾ ਵੀ ਉਹ ਜਿੱਤ ਹੋ ਜਿੱਤੇ ਹੀ ਹੋਏ ਨੇ ਜੀ, ਉਹ ਜਿੱਤੇ ਹੋਏ ਨੇ ਜੀ। ਪਰ ਜੇ ਉਸ ਤੋਂ ਬਾਅਦ ਜਿਹੜੀਆਂ ਮੰਗਾਂ ਦੀ ਵੀ ਗੱਲ ਕਰੀਏ ਸਰਕਾਰ ਨੂੰ ਕੋਈ ਨਾ ਕੋਈ ਲੈ ਦੇ ਕੇ ਤਾਂ ਗੱਲ ਪਾਸੇ ਕਰਨੀ ਪੈਣੀ ਹੈ। ਕਿਉਂ ਜੀ? ਇਹ ਚੀਨ ਨਹੀਂ ਹੈ ਜੀ। ਚੀਨ ਦੇ ਵਿੱਚ ਤੀਨਅਨਮੈਨ ਸਕੁਐਰ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਇਕੱਠੇ ਹੋਏ ਜੀ, ਸਾਰੀ ਦੁਨੀਆ ਦੇ ਕੈਮਰੇ ਉੱਥੇ ਜਾ ਖੜੇ ਜੀ। ਸਾਰੇ ਉਹਨਾਂ ਨੇ ਟੈਂਕ ਲਿਆਂਦੇ, ਉਹਨਾਂ ਨੇ ਕਿੰਨੇ ਕੁ ਬੰਦੇ ਮਾਰਤੇ ਜੀ, ਉਹਨਾਂ ਨੇ ਕਿੰਨਾ ਕੁ ਨੁਕਸਾਨ ਕਰਤਾ ਦੁਨੀਆ ਨੂੰ ਅੱਜ ਤੱਕ ਨਹੀਂ ਦੱਸਿਆ ਜੀ। ਉਹ ਖਿਲਾਰਤਾ ਉਥੋਂ ਖਿਲਾਰਤੇ, ਉਸ ਤੋਂ ਬਾਅਦ ਵਿਦਿਆਰਥੀ ਇਕੱਠੇ ਨਹੀਂ ਹੋਣ ਦਿੱਤੇ ਜੀ। ਪਰ ਭਾਰਤ ਚੀਨ ਨਹੀਂ ਹੈ। ਭਾਰਤ ਦਾ ਮਖੌਟਾ ਜਿਹੜਾ ਹੈਗਾ ਉਹ ਕਹਿੰਦਾ ਅਸੀਂ ਜੀ ਡੈਮੋਕ੍ਰੇਸੀ ਹਾਂ, ਅਸੀਂ ਸੁਤੰਤਰ ਹਾਂ ਜੀ, ਸਾਡਾ ਗਣਰਾਜ ਹੈ ਜੀ। ਇਹ ਗਣਰਾਜ ਦੇ ਵਿੱਚ ਇੱਕ ਬੰਦੇ ਕੋਲੇ ਜਿਹੜਾ ਸੈੱਲ ਫੋਨ ਹੈ ਨਾ ਜੀ, ਜਿਹਦੇ ਨਾਲ ਲਗਾ ਉਹਨਾਂ ਨੇ ਤਾਂ ਸਾਰਾ ਕੁਝ ਕਰਤਾ ਸੁੱਖ ਨਾਲ। ਇਹਨਾਂ ਨੇ ਵੀ ਜੰਮੂ ਕਸ਼ਮੀਰ ਦੇ ਵਿੱਚ ਸਭ ਕੁਝ ਹੀ ਬੰਦ ਕਰਤਾ ਸੀ। ਉੱਥੋਂ ਜਿੰਨੀਆਂ ਤੁਹਾਡੀਆਂ ਕੁਝ ਵੀ ਨਹੀਂ ਕਰ ਸਕਦੇ, ਨਾ ਕੋਈ ਫੇਸਬੁੱਕ ਨਾ ਕੋਈ। ਡਾਕਟਰ ਸਾਹਿਬ ਦੇਖੋ ਇੱਕ ਗੱਲ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਬਹੁਤ ਚੱਲੀ, ਕਹਿ ਦਿੰਦੇ ਆ ਨਾ ਬਹੁਤ ਨੇ ਕਿਹਾ, ਅੱਛਾ ਕਹਿੰਦੇ ਜੀ ਜਿਹੜੇ ਕਿਸਾਨ ਆਏ ਆ ਕਹਿੰਦੇ ਇਨਕੋ ਅੰਗਰੇਜ਼ੀ ਵੀ ਆਤੀ ਹੈ। ਫਿਰ ਉੱਥੋਂ ਕਿਤੇ ਨਾ ਤਾਮਿਲ ਦੇ ਵਿੱਚੋਂ, ਤਾਮਿਲਨਾਡੂ ਤੋਂ, ਚੇਨਈ ਤੋਂ ਕਿਸਾਨ ਆਇਆ ਸੀ, ਉਹਨੇ ਤਾਮਿਲ ਦੇ ਵਿੱਚ ਜਿਹੜੀ ਆ ਗੱਲਬਾਤ ਕੀਤੀ। ਹੁਣ ਤਾਂ ਇਹ ਹੋ ਗਿਆ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਜਿਹੜੇ ਆ ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਜਿਹੜੇ ਆ ਜੀ ਉਹ ਪੜ੍ਹਨ ਗਏ ਨੇ। ਕੋਈ ਸਾਇੰਟਿਸਟ ਨੇ ਡਾਕਟਰੇਟ ਵੀ ਲਈ ਆ, ਜ਼ਿਆਦਾਤਰ ਜਿਹੜਾ ਆਈਟੀ ਪ੍ਰੋਫੈਸ਼ਨਲ ਨੇ। ਸੋ ਉਹ ਹੁਣ ਦਿਮਾਗ ਵਰਤਿਆ ਆਈਟੀ ਪ੍ਰੋਫੈਸ਼ਨਲ ਦੇ ਨਾਲ। ਉਹਨਾਂ ਨੇ ਨਾ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ, ਜਿੱਥੇ ਇਹਨਾਂ ਦਾ ਆਪ ਦਾ ਗੋਦੀ ਮੀਡੀਆ ਸੀ, ਇਹਨਾਂ ਨੇ ਆਪਣੀ ਅਲੱਗ ਜੰਗ ਛੇੜਤੀ। ਇੱਥੇ ਹੈਸ਼ਟੈਗ ਦੇ ਨਾਂ ਦੇ ਉੱਤੇ ਬਹੁਤ ਭਰਵਾਂ ਹੰਗਾਰਾ ਮਿਲ ਰਿਹਾ। ਬਿਲਕੁਲ, ਇਹ ਵੀ ਤੁਹਾਡੀ ਗੱਲ ਠੀਕ ਹੈ, ਪਰ ਦੂਜੇ ਪਾਸੇ ਇਹ ਵੀ ਠੀਕ ਹੈ ਕਿ ਜਦੋਂ ਕਿਤੇ ਕਿਸਾਨ ਜਥੇਬੰਦੀਆਂ ਦੇ ਨਾਲ ਕੋਈ ਚੈਨਲ ਇਹੋ ਜਿਹਾ ਜਿਹੜਾ ਕਹਿੰਦਾ ਜੀ ਲਾਈਵ ਤੁਹਾਨੂੰ ਅਸੀਂ ਕੈਨੇਡਾ 'ਚ ਜਾਂ ਅਮਰੀਕਾ ਦੇ ਵਿੱਚ ਦਿਖਾਉਣਾ ਚਾਹੁੰਦੇ ਹਾਂ, ਉੱਥੇ ਜਿਹੜੇ ਉਹ ਟਾਵਰ ਨੇ ਜੀ ਉਹਨਾਂ ਨੂੰ ਇੰਨਾ ਸਲੋ ਕਰ ਦਿੱਤਾ ਗਿਆ ਜੀ ਕਿ ਉੱਥੋਂ ਲਾਈਵ ਗੱਲਬਾਤ ਹੁੰਦੀ ਨਹੀਂ। ਜੈਮਰ ਲਾਤੇ ਟੁੱਟ ਜਾਂਦੀ ਹੈ ਜੀ। ਸੋ ਸਰਕਾਰ ਆਪਣੇ ਸਾਰੇ ਤਰੀਕੇ ਵਰਤ ਰਹੀ ਹੈ, ਪੂਰੇ ਹੱਥ ਕੰਡੇ ਜਾਣੀ ਉਹ ਅਪਣਾ ਰਹੇ, ਆਲਰੇਡੀ ਅਪਣਾ ਚੁੱਕੇ ਨੇ। ਦੂਰ ਕੀ ਜਾਣਾ ਕਿਉਂਕਿ ਮੈਂ ਅਗਲੇ ਜਿਹੜਾ ਪੁਆਇੰਟ ਤੇ ਉਹਦੇ ਆਉਣਾ ਸੀਗਾ, ਜਿੱਥੇ ਕਿਸਾਨ ਜਥੇਬੰਦੀਆਂ ਵੱਖ-ਵੱਖ ਜਿਹੜੀਆਂ ਉਹ ਲੱਗੀਆਂ ਹੋਏ ਨੇ, ਬਹੁਤ ਬੜੇ ਵਧਾਈ ਦੇ ਪਾਤਰ ਨੇ ਜੀ, ਸੂਝ-ਬੂਝ ਦੇ ਨਾਲ ਕੰਮ ਕਰ ਰਹੇ ਆ। ਪਰ ਡਾਕਟਰ ਸਾਹਿਬ ਕੁਝ ਕੁ ਉਹ ਜਿਹੜੀਆਂ ਜਥੇਬੰਦੀਆਂ ਨੇ ਜਾਂ ਕੁਝ ਉਹ ਸੋਸ਼ਲ ਐਕਟਿਵਿਸਟ ਨੇ ਜਿਹੜੇ ਲੱਗੇ ਹੋਏ ਨੇ, ਨੌਜਵਾਨ ਵਰਗ, ਸੋ ਉਹਨਾਂ ਨੂੰ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ। ਬਿਲਕੁਲ, ਉਹ ਸਾਰੇ ਸਭ ਕੁਝ ਆਪਣਾ ਯੋਗਦਾਨ ਪਾ ਰਹੇ ਨੇ, ਯੋਗਦਾਨ ਵੀ ਬਿਲਕੁਲ ਸਹੀ ਸੇਧ ਵੱਲ ਜਾ ਕੇ ਪਾ ਰਹੇ ਨੇ। ਉਹ ਜਿਹੜਾ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਪੁਰਾਣੀਆਂ ਆਪਾਂ ਗੱਲ ਕਰਦੇ ਉਹ ਜੀ ਨਸ਼ਈ ਨੇ, ਜੋ ਇੱਕ ਵਾਰ ਭੁਪਿੰਦਰ ਫਿਗਰ ਆਈ, ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਨੇ ਕਿਹਾ ਜੀ ਕਿ ਜੀ ਪੰਜਾਬ 'ਚ 73% ਨੌਜਵਾਨ ਨਸ਼ਈ ਹੋ ਗਏ। 73% ਜੀ। ਮੈਂ ਕਿਹਾ ਕਮਾਲ ਹੈ। ਹਾਂਜੀ ਜੀ, ਇਹ ਗੱਲ ਹੈ ਤਾਂ ਮੇਰੇ ਪਿੰਡ ਦੇ ਅੱਡੇ ਤੇ ਤਾਂ ਘੱਟ ਤੋਂ ਘੱਟ 10-15 ਤਾਂ ਹਰ ਰੋਜ਼ ਸਵੇਰੇ ਡਿੱਗੇ ਪੈਣੇ ਚਾਹੀਦੇ ਜੀ। ਮੇਰੇ ਪਿੰਡ ਤੇ ਤਾਂ ਪਹਿਲਾਂ ਵੀ 2-3 ਹੁੰਦੇ ਸੀਗੇ ਜੀ, 2-3 ਹੋਣ ਜੀ। ਤੇ ਇਹ ਗੱਲ ਕਿੱਧਰੋਂ ਗਈ ਜੀ? ਮੈਂ ਉਹਦੀ ਘੋਖੜੀ ਜੀ, ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਨੇ ਜਿਹੜੀ ਪੇਪਰ ਛਾਪਿਆ ਜੀ, ਉਹਨੇ ਖੋਜ ਕੀਤੀ। ਉਹਦੇ ਵਿੱਚ ਉਹਨੇ ਕੋਈ ਜਿਹੜੀ 150 ਬੰਦਾ ਚੁਣਿਆ, 150 ਅਮਲੀ ਚੁਣਿਆ ਜੀ।
150 ਉਹ 150 ਅਮਲੀ ਦੇ ਵਿੱਚੋਂ 73% ਨੌਜਵਾਨ ਸੀ ਜੀ। ਤੇ ਉਹਨੇ ਕਹਿਤਾ ਵੀ 73% ਨੌਜਵਾਨ ਸ਼ਬਦ ਇਹ ਆ ਗਿਆ। ਉਹ ਪਹਿਲਾਂ ਪਤਾ ਨਹੀਂ ਕਿਹਨੇ ਚੱਕਿਆ ਜੀ। ਹਾਲਾਂਕਿ ਬਾਦਲ ਸਾਹਿਬ ਉਹਨਾਂ ਦੀ ਆਪਦੀ ਸਰਕਾਰ ਸੀ, ਇਹਨਾਂ ਨੇ ਵੀ ਉਹੀ ਚੱਕ ਲਿਆ ਜੀ। ਜਾਣੀ ਉਹ ਬਥੇਰਾ ਵਿਚਾਰਾ ਰੌਲਾ ਪਾਉਂਦਾ ਰਿਹਾ। ਮੈਂ ਦੇਖਿਆ, ਮੈਂ ਬਾਅਦ ਚ ਉਹਨੇ ਕਿਹਾ ਭਾਈ ਮੇਰੇ ਅੰਕੜਿਆਂ ਨੂੰ ਤੁਸੀਂ ਗਲਤ ਨਾ ਕਹੋ, ਮੇਰਾ ਤਾਂ ਮਤਲਬ ਇਹ ਸੀ ਕਿ ਉਹ 150 ਦੇ ਵਿੱਚੋਂ 73% ਤੇ ਉਹ 150 ਦੇ ਵਿੱਚੋਂ ਹਾਂ, ਤੇ ਉਹਨੇ ਸਾਰੇ ਪੰਜਾਬ ਦੇ 73%। ਸੋ ਅਸੀਂ ਪ੍ਰੋਗਰਾਮ ਅੱਜ ਬਿਲਕੁਲ ਲਾਈਵ ਕਰ ਰਹੇ ਆ। ਧੰਨਵਾਦ ਵੀ ਜਥੇਬੰਦੀਆਂ ਦਾ ਕਰਦੇ ਆ, ਨੌਜਵਾਨ ਜਿੰਨੇ ਜੁੜੇ ਹੋਏ ਨੇ ਸੰਘਰਸ਼ ਦੇ ਨਾਲ, ਉਹਦੇ ਨਾਲ ਨੌਜਵਾਨ ਆਗੂ ਵੀ ਜਿੰਨੇ ਲੱਗੇ ਉਹ ਵੀ ਵਧਾਈ ਦੇ ਪਾਤਰ ਹੈ। ਸੋ ਇਸੇ ਤਰ੍ਹਾਂ ਜਿਹੜਾ ਇਸ ਸੰਘਰਸ਼ ਦੇ ਨਾਲ ਜੀ ਉਹ ਡਟੇ ਰਹਿਣ। ਡਾਕਟਰ ਸਾਹਿਬ, ਕਿਉਂਕਿ ਸਮਾਂ ਬਿਲਕੁਲ ਆਪਣਾ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਹੈ, ਜਾਂਦੇ ਜਾਂਦੇ ਕੁਝ ਗੱਲਾਂ ਬਾਤਾਂ ਉਹ ਕਰ ਲਈਏ ਜਿਹੜੇ ਉੱਥੇ ਸੰਘਰਸ਼ ਦੇ ਵਿੱਚ ਮਾਤਾਵਾਂ ਵੀ ਨੇ, ਬੱਚੇ ਵੀ ਜੂਝ ਰਹੇ ਨੇ, ਇੱਕ ਮੌਸਮ ਵੀ ਬਹੁਤ ਬਦਲ ਰਿਹਾ ਹੈਗਾ। ਕੀ ਲੱਗਦਾ ਕਿਤੇ ਥਿੜਕਣਗੇ ਤਾਂ? ਦੇਖੋ ਬੰਦਾ, ਥਿੜਕਣ ਵਾਲੇ ਲੋਕ ਹੋਰ ਹੁੰਦੇ ਨੇ ਜੀ। ਥਿੜਕਣ ਵਾਲੇ ਲੋਕ ਤਾਂ ਪਿੰਡ ਚੋਂ ਹੀ ਨਹੀਂ ਤੁਰਦੇ ਜੀ। ਉਹ ਜਿਹੜੇ ਥਿੜਕਣ ਵਾਲੇ ਸੀ ਉਹ ਮਗਰ ਰਹਿ ਗਏ ਜੀ। ਇਹ ਤਾਂ ਉਹ ਲੋਕ ਨੇ ਜਿਹੜੇ ਇੱਥੇ ਤੱਕ ਪਹੁੰਚ ਗਏ, ਪਹੁੰਚ ਸਕੇ। ਗੱਲ ਤਾਂ ਇੱਥੇ ਤੱਕ ਹੀ ਸੀ ਕਿ ਪਹੁੰਚ ਜਾਣ। ਉਸ ਤੋਂ ਬਾਅਦ ਤਾਂ ਜਿੱਦਾਂ ਤੁਸੀਂ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਜਾ ਕੇ ਗਾਹਾਂ ਢਾਡੀ ਲੱਗੇ ਹੋਏ ਨੇ ਜੀ। ਤੇ ਢਾਡੀਆਂ ਨੇ ਜਿਹੜੀ ਪੁਰਾਣੇ ਆਪਣੀਆਂ ਵਾਰਾਂ ਗਾਉਣੀਆਂ ਨੇ, ਉਹਨਾਂ ਨੂੰ ਤਾਂ ਉਹ ਜਿਹੜੇ ਬੰਦੇ ਉੱਥੇ ਮੇਲਾ ਦੇਖਣੇ ਨੇ ਉਹਨਾਂ ਨੂੰ ਯਾਨੀ ਮੁਰਦਿਆਂ 'ਚ ਜਾਨ ਪਾਉਣੇ ਵਾਲੀ ਗੱਲ ਹੈ ਜੀ। ਇੱਥੇ ਤਾਂ ਜਾਨ ਪਈ ਹੋਏ ਬੰਦੇ ਇੱਥੇ ਆਏ ਨੇ, ਲੀਡਰਾਂ ਨੇ ਉਹਨਾਂ 'ਚ ਹਰ ਰੋਜ਼ ਜੋ ਸਮਝਾ ਰਹੇ ਨੇ ਉਹਦੇ ਮੁਤਾਬਕ ਤਾਂ ਹੁਣ ਅੱਜ ਉਹਨਾਂ ਨੇ ਜਿਹੜੀ ਕੱਲ ਆਪਾਂ ਕਹਿ ਲਈ ਕਿ ਮੀਟਿੰਗ ਦੇ ਵਿੱਚ ਫੱਟਾ ਚੱਕਿਆ ਹੋਇਆ ਸੀ, ਮਰਾਂਗੇ ਜਾਂ ਜਿੱਤਾਂਗੇ। ਦੇਖੋ ਜੀ, ਫੱਟਾ ਇੱਕ ਨਵਾਂ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਬੜਾ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਵੀ ਮਰਾਂਗੇ ਜਾਂ ਜਿੱਤਾਂਗੇ। ਮਰਾਂਗੇ ਜਾਂ ਜਿੱਤਾਂਗੇ। ਹੁਣ ਜਿਹੜੀ ਇਹ ਨਾਰਾ ਆਪਣੇ ਆਪ ਤਾਂ ਨਹੀਂ ਆ ਗਿਆ, ਇੱਕ ਦਿਨ 'ਚ ਤਾਂ ਨਹੀਂ ਆ ਗਿਆ ਜੀ। ਇਹ ਜਿਹੜੇ ਉੱਥੇ ਲੀਡਰ ਗਏ ਨੇ ਉਹਨਾਂ ਨੇ ਵੀ ਜੇ ਲਿਖਿਆ ਤਾਂ ਉਹਨਾਂ ਨੂੰ ਲੱਗਦਾ ਕਿ ਜੇ ਸਾਡੇ ਸਾਹਮਣੇ 100 ਬੈਠਾ ਤਾਂ ਉਹ 'ਚੋਂ 90 ਇਸ ਗੱਲ ਦੇ ਉੱਤੇ ਪਹਿਰਾ ਦੇਣ ਵਾਲੇ ਨੇ। ਜੀ 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 ਜੀ। ਜਿਹੜੇ ਕਹਿੰਦੇ ਨੇ ਵੀ ਐ ਨਾ ਹੁਣ ਸਾਨੂੰ ਲੈ ਕੇ ਜਾਇਓ। ਜੀ। ਜੇ ਸਾਨੂੰ ਲੈ ਕੇ ਜਾਣਾ ਹੈ ਜਾਂ ਤਾਂ ਅਸੀਂ ਜਾਂਦੇ ਹੀ ਨਹੀਂ ਜੀ, ਜਾਂ ਅਸੀਂ ਜਿੱਤ ਕੇ ਜਾਵਾਂਗੇ। ਡਾਕਟਰ ਸਾਹਿਬ ਦੇਖੋ, ਜਦੋਂ ਸੰਘਰਸ਼ ਸ਼ੁਰੂ ਹੋਇਆ ਲੋਕਾਂ ਨੇ ਇਹ ਵੀ ਲਿਖ ਕੇ ਪਾਤਾ ਵੀ ਭਾਈ ਬੜੀ ਸ਼ਰਮ ਵਾਲੀ ਗੱਲ ਹੈ ਵੀ ਜੇ ਪਿੰਡ 'ਚੋਂ ਇੱਕ ਵੀ ਟਰਾਲੀ ਨਹੀਂ ਜਾ ਰਹੀ ਹੈਗੀ। ਹੁਣ ਦੇਖੋ ਕੀ ਹਾਲਾਤ ਬਣ ਗਏ। ਟਰਾਲੀ ਕਹਿੰਦੇ ਜੀ ਟਰੈਕਟਰ ਰੈਲੀ ਨਿਕਲ ਰਹੀ ਹੈ 26 ਜਨਵਰੀ ਨੂੰ। ਕਹਿੰਦੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕਿਸੇ ਮੁੱਦੇ ਦੇ ਉੱਤੇ, ਕਿਸੇ ਸਿੱਟੇ ਦੇ ਉੱਤੇ ਨਾ ਪਹੁੰਚ ਸਕੀ ਤਾਂ ਟਰੈਕਟਰ ਰੈਲੀ ਇੱਕ ਤਾਂ ਡੈਮੋ ਦੇ ਹੀ ਦਿੱਤੀ ਹੈ। ਪਹਿਲਾਂ ਹਜ਼ਾਰਾਂ ਟਰੈਕਟਰਾਂ ਦੀ ਰੈਲੀ ਦਿਖਾਤੀ ਕਿ ਭਾਈ ਡੈਮੋ ਹੋ ਚੁੱਕੀ ਹੈ। ਉਹਦੇ 'ਚ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਭਾਈ ਔਰਤਾਂ ਨੂੰ ਸਟੀਅਰਿੰਗ ਤੇ ਬਿਠਾਵਾਂਗੇ। ਉਹ ਆਉਣਗੀਆਂ ਔਰਤਾਂ, ਹਜ਼ਾਰਾਂ ਦੀ ਗਿਣਤੀ ਟ੍ਰੇਨ ਕਰਤੀਆਂ ਸੀ। 26 ਜਨਵਰੀ ਨੂੰ ਔਰਤਾਂ ਟਰੈਕਟਰ ਚਲਾਉਣਗੀਆਂ, ਅਸੀਂ ਨਾਲ ਹੋਵਾਂਗੇ। ਜੀ 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 ਜੀ। ਸੋ ਇਹ ਜਿਹੜੀ ਗੱਲ ਹੈ ਉਹਦੇ ਨਾਲ ਜਦੋਂ ਇਹ ਰੈਲੀ ਨਿਕਲੂਗੀ ਜੀ, ਉਦੋਂ ਪਹਿਲਾਂ ਭੁਪਿੰਦਰ ਜਿਹੜੇ ਆਪਣੇ ਸਰਕਾਰਾਂ ਨੇ ਆਪੋ ਸਾਲ 'ਚ 2-4 ਇਹੋ ਜਿਹੇ ਪ੍ਰੋਗਰਾਮ ਕਰਨੇ ਹੁੰਦੇ ਨੇ ਜਿਹਦਾ ਸਾਰੀ ਦੁਨੀਆ ਨੂੰ ਵਿਖਾਉਣਾ ਹੁੰਦਾ ਕਿ ਦੇਖੋ ਜੀ ਅਸੀਂ ਕੀ ਕਰਿਆ, ਅਸੀਂ ਕੀ ਕੀਤਾ। ਤੇ ਉਹ ਜਿਹੜਾ ਕੀ ਕੀਤਾ ਦੇ ਵਿੱਚ ਐਤਕੀ ਆਪਣਾ ਗੈਸਟ ਇੰਗਲੈਂਡ ਦੇ ਉਹਨੂੰ ਸੱਦਿਆ ਪ੍ਰਧਾਨ ਮੰਤਰੀ ਜੀ ਜੀ ਜੀ, ਤੇ ਆਖਰ ਉਹ ਵੀ ਭੱਜ ਗਿਆ। ਇਹ ਡਾਕਟਰ ਸਾਹਿਬ ਜਿਹੜੀ ਗੱਲ ਹੈ ਸਿਰ ਬਹਾਨਾ ਲਾਇਆ ਗਿਆ ਕੋਵਿਡ ਦਾ, ਉਹ ਤਾਂ ਪਤਾ ਹੀ ਹੈ। ਇਹ ਤਾਂ ਪਤਾ ਹੀ ਹੈ ਕੋਵਿਡ ਤਾਂ ਇੰਗਲੈਂਡ 'ਚ ਪਹਿਲਾਂ ਕਿਹਾ ਨਹੀਂ ਸੀ। ਕੋਵਿਡ ਪਹਿਲਾਂ ਕਿਹੜਾ ਇੰਗਲੈਂਡ ਦੇ ਵਿੱਚ ਘੱਟ ਸੀ ਜੀ। ਸੋ ਉਹਨਾਂ ਨੇ ਜਦੋਂ ਦੇਖਿਆ ਕਿ ਅਸੀਂ ਉੱਥੇ ਜਾ ਕੇ ਇਹ ਕਹਿਣਾ ਪਊਗਾ ਵੀ ਭਾਈ ਕਿਸਾਨਾਂ ਦਾ ਕੋਈ ਗੱਲ ਮੰਨੋ, ਨਹੀਂ ਤਾਂ ਮੈਂ ਇੱਥੇ ਕਾਹਦੇ ਵਾਸਤੇ ਆ, ਇਸ ਕਰਕੇ ਉਹ ਨਹੀਂ ਆਇਆ। ਭੁਪਿੰਦਰ, ਮੈਂ ਤੈਨੂੰ ਪੁਰਾਣੀ ਗੱਲ ਯਾਦ ਆ ਗਈ ਜੀ। ਇੱਕ ਵਾਰ ਮੋਗਾ ਸਟੇਸ਼ਨ ਚੱਲਦੀ ਸੀ ਤੇ ਅਸੀਂ ਕਹਿਤਾ ਕਿ ਅਸੀਂ ਕਿਸੇ ਵੀ ਸਿਆਸੀ ਬੰਦੇ ਨੂੰ ਯੂਨੀਵਰਸਿਟੀ 'ਚ ਨਹੀਂ ਵੜਨ ਦੇਣਾ, ਪੰਜਾਬੀ ਯੂਨੀਵਰਸਿਟੀ ਹੁੰਦਾ ਸੀ ਜੀ। ਤੇ ਡੀਨ ਸੱਦ ਕੇ ਸਾਨੂੰ ਕਹਿੰਦਾ ਆਹ ਤੁਸੀਂ ਕੀ ਫੈਸਲਾ ਕਰ ਲਿਆ ਜੀ? ਅਸੀਂ ਸਿਰਫ ਇੰਨੀ ਕਿਹਾ ਵੀ ਸਿਆਸੀ ਬੰਦੇ ਕਿਸੇ ਨੂੰ ਵੜਨ ਨਹੀਂ ਦੇਣਾ। ਕਹਿੰਦੇ ਅਸੀਂ ਤਾਂ ਪਰਸੋਂ ਨੂੰ ਜੈਲ ਸਾਹਿਬ ਸੱਦੀ ਬੈਠਿਆ, ਰਾਸ਼ਟਰਪਤੀ ਉਦੋਂ ਇਹ ਮੁੱਖ ਮੰਤਰੀ ਹੁੰਦਾ ਹੈ। ਅੱਛਾ ਜੀ। ਅਸੀਂ ਤਾਂ ਜੈਲ ਸਾਹਿਬ ਸੱਦੀ ਬੈਠਾ ਤੇ ਇਹ ਤੁਸੀਂ ਬਦਲੋ ਆਉਂਦਾ ਜੀ। ਅਸੀਂ ਕਹਿੰਦੇ ਇਸ ਤਰ੍ਹਾਂ ਬਦਲਦੇ। ਕਹਿੰਦੇ ਫਿਰ ਤਾਂ ਗੱਲ ਇੱਥੇ ਆ ਗਈ ਵੀ ਚੰਗਾ ਫਿਰ ਤੁਸੀਂ ਉਹਨੂੰ ਵੜਨਾ ਦਿਓ ਤੇ ਅਸੀਂ ਲੈ ਕੇ ਆਵਾਂਗੇ। ਕਹਿਣ ਦਾ ਮਤਲਬ ਤੁਸੀਂ ਆਪਦਾ ਕੰਮ ਕਰੋ, ਅਸੀਂ ਆਪਦਾ ਕਰਾਂਗੇ ਜੀ। ਪਰ ਜਿਹੜੀ ਉਹ ਲੰਬੀ ਗੱਲ ਹੈ ਕੀ ਹੋਇਆ ਕੀ ਨਾ ਹੋਇਆ, ਜਦੋਂ ਜੈਲ ਸਾਹਿਬ ਨੂੰ ਪਤਾ ਲੱਗਿਆ ਜੀ ਕਿ ਵਿਦਿਆਰਥੀ ਮੇਰਾ ਵਿਰੋਧ ਕਰਨਗੇ ਜੀ, ਉਹਨੇ ਉਹ ਬਹਾਨਾ ਲਾਤਾ ਕਿ ਜੀ ਮੈਂ ਨਹੀਂ ਆ ਸਕਦਾ। ਕਹਿਣ ਦਾ ਮਤਲਬ ਡਰਦੇ ਹਰ ਬੰਦੇ ਨੂੰ ਡਰ ਆ। ਡਾਕਟਰ ਸਾਹਿਬ, ਇੱਕ ਥੋੜਾ ਜਿਹਾ ਸੂਖਮ ਸਵਾਲ ਤੁਹਾਨੂੰ ਮੈਂ ਪੁੱਛਣ ਲੱਗਿਆ। ਪ੍ਰੋਗਰਾਮ ਦੇ ਵਿੱਚ ਮੈਂ ਇਹੀ ਆਸ ਰੱਖਦਾ ਅਸੀਂ ਜਿੱਤਾਂਗੇ, ਜ਼ਰੂਰ ਜਿੱਤਾਂਗੇ। ਕਿਸਾਨ ਵੀਰ ਭੈਣ ਭਰਾ ਸਾਡੇ, ਉਹਨਾਂ ਦੀ ਜ਼ਰੂਰ ਜਿੱਤ ਹੋਊਗੀ। ਆਪਾਂ ਜਿੱਤ ਜਾਂਦੇ ਆ ਡਾਕਟਰ ਸਾਹਿਬ, ਪਰ ਉਹ ਤੋਂ ਬਾਅਦ ਮਸਲੇ ਹੋਰ ਬਹੁਤ ਖੜੇ ਨੇ ਜਿਹੜਿਆਂ ਦੇ ਕਰਕੇ ਇਸ ਕਗਾਰ ਤੇ ਅਸੀਂ ਆ ਪਹੁੰਚੇ ਵੀ ਜਿਹੜਾ ਸਾਨੂੰ ਇਹ ਸਰਕਾਰਾਂ ਦੇ ਨਾਲ ਲੜਨਾ ਪੈ ਰਿਹਾ। ਕੁਝ
ਖੇਤੀ ਦੀਆਂ ਫਸਲਾਂ ਦੇ ਵਿੱਚ ਭਿੰਨਤਾ ਲਿਆਉਣੀ ਪਊਗੀ? ਭੁਪਿੰਦਰ, ਗੱਲ ਤਾਂ ਇਹ ਹੈ ਕਿ ਕਾਨੂੰਨ ਬਣਨ ਤੋਂ ਪਹਿਲਾਂ ਕਿਹੜਾ ਅਸੀਂ ਸੌਖੇ ਸੀ ਜੀ। ਕਾਨੂੰਨ ਬਣਨ ਤੋਂ ਪਹਿਲਾਂ ਕਿਹੜਾ ਸਾਡੇ ਨੌਜਵਾਨ ਖੁਦਕੁਸ਼ੀਆਂ ਨਹੀਂ ਕਰਦੇ ਸੀ ਜੀ। ਕਾਨੂੰਨ ਬਣਨ ਤੋਂ ਪਹਿਲਾਂ ਕਿਹੜਾ ਮਾਲੋ ਮਾਲ ਸੀ ਸਾਡੇ ਕਿਸਾਨ ਜੀ। ਗੱਲ ਤਾਂ ਅਸੀਂ ਇੱਕ ਵਾਰ ਇਹਨਾਂ ਕਾਨੂੰਨਾਂ ਨੂੰ ਜਿਹੜੇ ਸਾਨੂੰ ਬਿਲਕੁਲ ਹੀ ਨਰਕ ਵੱਲ ਧੱਕ ਰਹੇ ਨੇ ਉਹਨਾਂ ਨੂੰ ਪਾਸੇ ਕਰਕੇ ਸਾਹ ਲੈਣ ਜੋਗੀ ਥਾਂ ਤੇ ਜਾਵਾਂਗੇ ਜੀ। ਉਦੋਂ ਬਾਅਦ ਜਿੱਦਾਂ ਮੈਂ ਗੱਲ ਕਰੀਏ ਕਿ ਜੋ ਕੁਝ ਇੱਥੋਂ ਸਿੱਖ ਕੇ ਗਏ ਨੇ ਲੋਕ, ਜੀ। ਜਦੋਂ ਉਹ ਚਿਣਗ ਪਿੰਡਾਂ ਦੇ ਵਿੱਚ ਫੈਲੂਗੀ ਤਾਂ ਲੋਕ ਆਪਦੇ ਹੱਕਾਂ ਵਾਸਤੇ ਦੁਬਾਰਾ ਜਥੇਬੰਦ ਹੋ ਕੇ ਜੀ ਸਰਕਾਰਾਂ ਨੂੰ ਮਜਬੂਰ ਕਰਨਗੇ ਕਿ ਸਾਡੇ ਹੱਕ ਇੱਥੇ ਰੱਖ। ਜੀ। ਤੇ ਇਹ ਜਿਹੜੀ ਗੱਲ ਹੈ ਇਹ ਕੋਈ ਬਾਹਲੀ ਲੰਬੀ ਦੂਰ ਨਹੀਂ ਹੈਗੀ। ਜੀ। ਤਾਂ ਜਦੋਂ ਹੀ ਜਿਹੜੀ ਇਹ ਜਿਵੇਂ ਹੁਣ ਸ਼ੁਰੂਆਤ ਹੋ ਗਈ, ਜੀ। ਮੈਨੂੰ ਉਮੀਦ ਹੈ ਕਿ ਇਕੱਲੇ ਪੰਜਾਬ ਜਾਂ ਹਰਿਆਣੇ ਜਾਂ ਰਾਜਸਥਾਨ ਦੇ ਵਿੱਚ ਸੋ ਤੁਹਾਡਾ ਕਹਿਣ ਦਾ ਮਤਲਬ ਇਹ ਬਣਿਆ ਜਦੋਂ ਜਿੱਤ ਹੋਗੀ ਸਰਕਾਰ, ਜਿਹੜੇ ਲੋਕ ਹੈ ਕਿਸਾਨ ਆਪਣੀ ਘਰੀ ਜਾਣਗੇ, ਸੁੱਖੀ ਸਾਂਦੀ ਪਿੰਡਾਂ 'ਚ ਜਾਣਗੇ, ਫਿਰ ਸਰਕਾਰ ਤੇ ਦਬਾਅ ਬਣਾਇਆ ਜਾਊਗਾ। ਇਹ ਨਹੀਂ ਹੈਗਾ ਇੱਕੋ ਫਸਲ ਬੀਜਣ ਦੇ ਲਈ ਸਾਨੂੰ ਸਰਕਾਰ ਨਾਲ ਮਜਬੂਰ ਕਰੇ। ਸੋ ਉਹ ਵੀ ਸਰਕਾਰ ਤੋਂ ਚਾਹਣਗੇ ਵੀ ਵੱਖ-ਵੱਖ ਭਿੰਨਤਾਵਾਂ ਸਾਡੇ ਲਈ ਪੇਸ਼ ਕੀਤੀਆਂ ਜਾਣ। ਰਵਿੰਦਰ, ਉਹਦੇ ਵਾਸਤੇ ਬਹੁਤ ਵਾਰ ਗੱਲਾਂ ਹੋ ਚੁੱਕੀਆਂ ਨੇ। ਖੇਤੀਬਾੜੀ ਯੂਨੀਵਰਸਿਟੀ ਨੇ ਆਪਣੇ ਵੱਲੋਂ ਬਹੁਤ ਕੁਝ ਦਿੱਤਾ ਹੈਗਾ। ਜੌਲ ਸਰਦਾਰ ਸਿੰਘ ਜੌਲ ਨੇ ਵੀ, ਉਹ ਹਾਲਾਂਕਿ ਹੁਣ ਚੁੱਪ ਨੇ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਾਨੂੰਨ ਕੋਈ ਕੁਝ ਨਹੀਂ ਕਹਿੰਦੇ, ਜੇ ਕਾਨੂੰਨ ਬਣ ਵੀ ਗਏ ਤਾਂ ਅਗਲੀ ਸਰਕਾਰ ਕੈਂਸਲ ਕਰ ਦੂਗੀ। ਤੁਸੀਂ ਜਿਹੜੀਆਂ ਗੱਲ ਕਰਨ ਵਾਲੀਆਂ ਉਹ ਕਰੋ। ਹੁਣ ਉਹ ਜਿਹੜੀਆਂ ਸਰਦਾਰ ਸਿੰਘ ਜੌਹਰ ਵੀ ਅਸਲ 'ਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਵਰਲਡ ਬੈਂਕ ਦੇ ਵਿੱਚ ਕੰਮ ਕਰਕੇ ਆਏ ਨੇ। ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਰਾਹ ਇਹੀ ਹੈ ਜੀ। ਪਰ ਇਹ ਰਾਹ, ਮੈਂ ਜਿਵੇਂ ਹੁਣ ਇਹ ਗੱਲ ਕਰਕੇ ਹਟਿਆ, ਰਾਹ ਇਹਨੂੰ ਹੌਲੀ ਹੌਲੀ ਲਾਗੂ ਕਰੋ, ਨਾ ਕਿ ਧੱਕਾ ਦਿਓ ਜੀ। ਠੀਕ ਹੈ, ਤੁਸੀਂ ਉੱਧਰ ਜਾਣਾ ਚਾਹੋ ਪਰ ਇਹਨੂੰ ਹੌਲੀ ਹੌਲੀ ਲੈ ਕੇ ਜਾਓ। ਸੋ ਉਹ ਹਾਲ ਦੇ ਵਿੱਚ ਜਿਹੜੀਆਂ ਉਹ ਉਹਨਾਂ ਨੇ ਕਿਹਾ ਸੀਗਾ ਕਿ ਕਿਸਾਨ ਨੂੰ ਜਿਹੜਾ ਉਹ ਜੀਰੀ ਨਹੀਂ ਬੀਜਦਾ ਉਹ ਤਾਂ ਹੁਣ ਤਾਂ ਉਹਨੂੰ ਵੱਧ ਦੇਣੇ ਚਾਹੀਦੇ। ਉਹ ਕਹਿੰਦੇ ਵੀ ਤੂੰ ਉਹਨੂੰ 10,000 ਰੁਪਇਆ ਵਾਧੂ ਦੇ ਦਿਓ, ਵੀ ਜਿਹੜੀ ਮਰਜ਼ੀ ਹੋਰ ਫਸਲ ਬੀਜ, ਤੈਨੂੰ 10,000 ਦੇ ਦਾਂਗੇ ਹੋਰ। ਉਹ ਜੀਰੀ ਛੱਡ ਜੂਗਾ ਨਾ ਜੀ। ਇਸੇ ਤਰ੍ਹਾਂ ਹੋਰ ਕਈ ਤਰੀਕੇ ਨੇ ਜਿਨ੍ਹਾਂ ਦੇ ਨਾਲ ਦੇਖੋ ਕਿਸਾਨ ਅੱਜ ਭਾਰਤ ਕਰੋੜਾਂ ਰੁਪਈਆਂ ਦੀਆਂ ਦਾਲਾਂ, ਕਰੋੜਾਂ ਰੁਪਈਆਂ ਦੇ ਤੇਲ ਬੀਜ ਬਾਹਰੋਂ ਮੰਗਵਾਉਂਦਾ। ਮੈਂ ਤੇਲ ਬੀਜ ਦੇ ਵਿੱਚ ਕੰਮ ਕਰਦਾ ਹੁੰਦਾ ਜੀ। ਇੱਕ ਵਾਰ ਸਾਨੂੰ ਉਹ ਇੰਦਰਾ ਗਾਂਧੀ ਇਹੋ ਜਿਹੇ ਕੰਮ ਬੜੇ ਕਰਦੀ ਹੁੰਦੀ ਸੀ। ਉਹਨੇ ਇੱਕ ਬੰਦਾ ਸਾਡਾ ਬਣਾਤਾ, ਉਹ ਕਹਿੰਦੀ ਵੀ ਤੇਲ ਬੀਜ ਮੈਂ ਆਏ ਸਾਲ ਉਦੋਂ ਬਹੁਤ ਹੁੰਦਾ ਸੀ 300 ਕਰੋੜ 300 ਕਰੋੜ ਦੇ ਬਾਹਰੋਂ ਮੰਗਵਾਉਂਦੀਆਂ। ਇਹ 82-83 ਦੀ ਗੱਲ ਤੇ ਜੇ ਤੂੰ ਕੁਝ ਕਰਦੇ ਜਿਵੇਂ ਕਹੇਗਾ ਉਵੇਂ ਕਰੂੰ ਤੇ ਇਹ ਬਾਹਰੋਂ ਜਿਹੜੀ ਇੰਪੋਰਟ ਹੈ ਬੰਦ ਹੋ ਜਾਵੇ। ਤੇ ਉਹਨੇ ਉੱਥੇ ਗੱਲ ਕਰੀ, ਉਹਨੇ ਥੋੜਾ ਜਿਹਾ ਜਿਹੜੀ ਸਾਨੂੰ ਉਕਸਾਇਆ। ਉਹ ਕਹਿੰਦੇ ਬੋਲਦਾ ਹੈਗਾ, ਕਹਿੰਦਾ ਕਿ ਵੀ ਜੇ ਸਰਕਾਰ ਕਹਿੰਦੀ ਹੈ ਕਿ ਤੁਹਾਡੀ ਖੋਜ ਵਾਸਤੇ ਪੈਸੇ ਦੇਣ ਦੀ ਤਾਂ ਮੈਂ ਕਿਉਂ ਨਾ ਜਿਹੜੀਆਂ ਉਦੋਂ ਅਸੀਂ ਤਾਂ ਬਾਹਰੋਂ ਮੰਗਾ ਲਾਂਗੇ। ਮੈਂ ਵੀ ਕਿਹਾ, ਮੈਂ ਕਿਹਾ ਜੀ ਗੱਲ ਸੁਣ ਲਓ ਮੇਰੀ, ਜੇ ਸਰਕਾਰ ਦੀ ਨੀਅਤ ਹੈ ਤਾਂ ਇਹ ਹੈ। ਮੇਰੇ ਨਾਲ ਇੱਕ ਹੋਰ ਵੀ ਬੰਦਾ ਉਹ ਡੀਜੀ ਬਣਿਆ, ਡਾਇਰੈਕਟਰ ਜਨਰਲ ਦਾ ICR ਦਾ ਬਾਅਦ ਉਹ ਵੀ ਤੁਸੀਂ ਵਿਚਲੀਆਂ ਲੈਣਾ ਪੜੋ। ਵਿਚਲੀਆਂ ਲੈਣਾ ਦਾ ਮਤਲਬ ਇਹ ਹੈਗਾ ਕਿ ਜੇ 300 ਕਰੋੜ ਦੀ ਚੀਜ਼ ਬਾਹਰੋਂ ਮੰਗਵਾਈ ਜਾ ਰਹੀ ਹੈ ਤਾਂ ਕਿਹਦੀ ਜੇਬ 'ਚ ਕਿੰਨਾ ਪੈ ਰਿਹਾ ਹੈ। ਗੱਲ ਤਾਂ ਉੱਥੇ ਹੈ, ਚੋਰ ਮੋਰੀ ਦੀ ਗੱਲ ਹੈ। ਅਸੀਂ ਕਿਹਾ ਵੀ ਤੁਸੀਂ ਦੋ ਗੱਲਾਂ ਕਰ ਦਿਓ ਸਿਰਫ। ਉਹ ਇਹ ਕਿ ਜਿਹੜਾ ਕਿਸਾਨ ਬੀਜੂਗਾ, ਸਰੋਂ ਬੀਜੇ, ਸੂਰਜਮੁਖੀ ਬੀਜੇ, ਉਹਦੀ ਫਸਲ ਚੱਕੀ ਜਾਊ, ਇਹਦੀ ਜਾਮਨੀ ਭਰ ਲਓ, ਇਹਦੀ ਗਾਰੰਟੀ ਲਾਓ ਨੰਬਰ 1। ਨੰਬਰ 2 ਦੇ ਉੱਤੇ ਤੁਸੀਂ ਬਾਹਰੋਂ ਜਿੰਨਾ ਤੇਲ ਬੀਜ, ਜਿੰਨਾ ਮੰਗਾਉਂਦਾ ਤੇਲ ਜ਼ੀਰੋ ਕਰ ਦਿਓ। ਤੁਸੀਂ ਆਪਣੇ ਆਪ ਬੀਜਣਗੇ, ਆਪਣੇ ਆਪ 5 ਸਾਲਾਂ ਵਾਸਤੇ ਸੀ ਭੁਪਿੰਦਰ ਉਹ, ਤੇ ਸੱਚਮੁੱਚ ਹੀ ਭਾਰਤ ਜ਼ੀਰੋ ਤੇ ਆ ਗਿਆ ਬਾਹਰੋਂ ਤੇਲ ਤੇ ਮੰਗਵਾਉਣ ਦੇ ਲਈ। ਸਾਰਾ ਖਾਲੇ ਦੇ ਕੋਲ ਇੰਨੀ ਹੋ ਗਈ, ਖਾਲ ਬਾਹਰ ਭੇਜਣ ਲੱਗ ਗਏ। ਤੇਲ ਬੀਜਾਂ ਚੋਂ ਪੈਸੇ ਬਚਣੇ ਸ਼ੁਰੂ ਹੋ ਗਏ ਭਾਰਤ ਨੂੰ, ਸੋ ਐਕਸਪੋਰਟ ਕਰਨ ਲੱਗ ਗਏ। ਹਾਂ, ਉਹ ਦੁਬਾਰਾ ਫੇਰ ਉੱਥੀਆਂ, ਦੁਬਾਰਾ ਫੇਰ ਅੱਜ ਤੇਲ ਜਿਹੜੇ ਤੇਲ ਬਾਹਰੋਂ ਆ ਰਹੇ ਨੇ, ਦੁਬਾਰਾ ਫੇਰ ਅੱਜ ਦਾਲਾਂ ਬਾਹਰੋਂ ਆ ਰਹੀਆਂ ਨੇ। ਇਹ ਦੋਨੋਂ ਚੀਜ਼ਾਂ ਦੀ ਖੇਤੀ ਪੰਜਾਬ ਬਹੁਤ ਵਧੀਆ ਕਰ ਸਕਦਾ, ਪਰ ਗੱਲ ਜੇ ਸਰਕਾਰ ਉਧਰ ਨੂੰ ਲੈ ਕੇ ਜਾਵੇ ਤਾਂ। ਸੋ ਦਰਸ਼ਕੋ, ਮੈਨੂੰ ਲੱਗਦਾ ਜਿਹੜੀ ਗੱਲਬਾਤ ਤੁਸੀਂ ਬੜੇ ਧਿਆਨ ਦੇ ਨਾਲ ਦੇਖ ਰਹੇ ਹੋ ਔਰ ਪੂਰਾ ਇੰਟਰਸਟ ਬਣਿਆ ਹੋਇਆ, ਪਰ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਡਾਕਟਰ ਬਲਜਿੰਦਰ ਸਿੰਘ ਹੋਣਾ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੁੱਦਿਆਂ ਦੇ ਉੱਤੇ ਵੀ ਜਿਹੜੀ ਹੈ ਗੱਲਬਾਤ ਕੀਤੀ ਜਾਵੇਗੀ। ਸੋ ਜਰੂਰ ਸਫਰ ਟੀਵੀ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ, ਫੇਸਬੁੱਕ, ਇੰਸਟਾਗ੍ਰਾਮ, ਵੱਖ-ਵੱਖ ਪਲੇਟਫਾਰਮਸ ਜਿਹੜੇ ਦਿੱਤੇ ਹੋਏ ਨੇ। ਔਰ ਮੈਂ ਹਰ ਸ਼ੁੱਕਰਵਾਰ ਵਾਲੇ ਦਿਨ 8 ਵਜੇ ਤੋਂ ਲੈ ਕੇ 9 ਵਜੇ ਤੱਕ ਭੁਪਿੰਦਰ ਸਿੰਘ ਖਮਾਣੋ ਸ਼ੋਅ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਕਰਾਂਗਾ। ਸੋ ਤੁਸੀਂ ਹੁਣ ਮੈਨੂੰ ਇੱਥੇ ਦਿਓ ਇਜਾਜ਼ਤ, ਪਰ ਇੱਕ ਚੀਜ਼, ਕੱਲ ਨੂੰ ਅਗਰ ਤੁਸੀਂ ਫੇਰ ਵੀ ਮੇਰੇ ਨਾਲ ਕੋਈ ਗੱਲਬਾਤ ਰਾਬਤਾ ਰੱਖਣਾ ਚਾਹੁੰਦੇ ਹੋ ਤਾਂ ਜੇ ਟੋਰਾਂਟੋ ਦੇ ਵਿੱਚ ਤੁਸੀਂ ਟੀਵੀ ਜਿਹੜਾ ਦੇਖ ਰਹੇ ਹੋ ਤਾਂ ਜਿਹੜਾ ਅਸੀਸ ਰੇਡੀਓ ਨਾਂ ਦਾ ਜਿਹੜਾ ਪ੍ਰੋਗਰਾਮ ਮੈਂ ਹਫਤੇ ਦੇ ਵਿੱਚ ਜਿਹੜਾ ਸੈਟਰਡੇ ਐਂਡ ਸੰਡੇ 11 ਵਜੇ ਤੋਂ ਲੈ ਕੇ 12 ਵਜੇ ਦੇ ਦਰਮਿਆਨ 1350 AM ਦੇ ਉੱਤੇ ਪੇਸ਼ ਕਰਦਾ ਹੈ, ਤਾਂ ਜਰੂਰ ਤੁਸੀਂ ਉੱਥੇ ਵੀ ਕੱਲ ਨੂੰ
ਟੋਰਾਂਟੋ ਏਰੀਆ ਦੇ ਵਿੱਚ ਜਿਹੜਾ ਤੁਸੀਂ ਸਵੇਰੇ 11 ਵਜੇ ਰੇਡੀਓ ਜਿਹੜਾ ਤੁਸੀਂ ਅਸੀਸ ਰੇਡੀਓ ਦੇ ਨਾਲ ਜੁੜਿਓ। ਪਰ ਹੁਣ ਸਫਰ ਟੀਵੀ ਦੇ ਉੱਤੇ ਜਿਹੜਾ ਸਾਡਾ ਗੱਲਬਾਤ ਦਾ ਸਿਲਸਿਲਾ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਸੋ ਡਾਕਟਰ ਸਾਹਿਬ ਸਟੂਡੀਓ ਵਿੱਚ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ, ਮੇਰੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ।